ਤੁਹਾਨੂੰ ਸਾਰਿਆਂ ਨੂੰ ਬੇਸਿਕ ਨੌਲੇਜ ਹੈ ਗੁਰਬਾਣੀ ਦੀ ਜਾਂ ਸਿੱਖੀਜ਼ਮ ਦੀ? ਐਂਡ ਸਭ ਨੂੰ ਪੰਜਾਬੀ ਆਉਂਦੀ ਹੈ? ਪਲੀਜ਼ ਸਾਰੇ ਵੀਡੀਓਜ਼ ਔਨ ਕਰ ਲਓ ਜੀ, ਵੀਡੀਓਜ਼ ਔਨ ਕਰ ਲਓ ਆਪਣੀ ਆਪਣੀ। ਓਕੇ ਜੀ। ਇੱਕ ਨਾ ਸਿਲੇਬਸ ਹੈ, ਇੱਕ ਹੈ ਮੁੱਢਲੀ ਜਾਣਕਾਰੀ ਅਤੇ ਇੱਕ ਹੈ ਰਹਿਤ ਮਰਿਆਦਾ। ਮੈਂ ਸ਼ੇਅਰ ਕਰਦੀ ਹਾਂ ਸਕਰੀਨ 'ਤੇ। ਹਾਂਜੀ, ਸਭ ਨੂੰ ਦਿਖ ਰਿਹਾ ਪੇਜ? ਓਕੇ ਜੀ, ਠੀਕ ਹੈ। ਹੁਣ ਇਹ ਸਾਡੇ ਕੋਲ ਇੱਕ ਟੌਪਿਕ ਹੈ, ਇਹ 26 ਟੌਪਿਕਸ ਹੈ। ਸਭ ਤੋਂ ਪਹਿਲੇ ਹੈ ਧਰਮ ਦਾ ਮੁੱਢਲਾ ਉਪਦੇਸ਼, 10 ਪਾਤਸ਼ਾਹੀਆਂ ਦੇ ਨਾਮ, 5 ਪਿਆਰੇ, 4 ਸਾਹਿਬਜ਼ਾਦੇ, 5 ਤਖ਼ਤ, ਫਤਿਹ, ਜੈਕਾਰਾ। ਜਿਹੜਾ ਕੁਐਸਚਨ ਆਏਗਾ, ਕੁਐਸਚਨਸ ਆਉਣਗੇ ਉਹ ਇਹਦੇ 'ਤੇ ਬੇਸਡ ਹੋਣਗੇ। ਇੱਕ ਸਾਡਾ ਪਾਰਟ 1 ਇਹ ਹੈ, ਪਾਰਟ 2 ਹੈ ਸਾਡੀ ਰਹਿਤ ਮਰਿਆਦਾ। ਉਹ ਆਪਾਂ 4-5 ਡੇਜ਼ ਤੋਂ ਬਾਅਦ ਸਟਾਰਟ ਕਰਾਂਗੇ, ਜਦੋਂ ਇਹ ਪੂਰੇ ਹੋ ਜਾਣਗੇ। ਅੱਜ ਆਪਾਂ ਹੁਣ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲੇ ਫਸਟ ਟੌਪਿਕ ਹੈ ਸਾਡਾ ਧਰਮ ਦਾ ਮੁੱਢਲਾ ਉਪਦੇਸ਼। ਮੈਂ ਪਿਕ ਚੇਂਜ ਕਰਦੀ ਹਾਂ, 1 ਮਿੰਟ। ਹਾਂਜੀ, ਸਕਰੀਨ 'ਤੇ ਸਾਰਿਆਂ ਨੂੰ ਸ਼ੋ ਹੋ ਰਿਹਾ ਮੂਲ ਮੰਤਰ? ਹਾਂਜੀ। ਓਕੇ ਜੀ, ਠੀਕ ਹੈ। ਸਾਡਾ ਫਸਟ ਟੌਪਿਕ ਹੈ ਧਰਮ ਦਾ ਮੁੱਢਲਾ ਉਪਦੇਸ਼। ਮਤਲਬ ਜੋ ਸਾਡਾ ਧਰਮ ਹੈ, ਸਿੱਖ ਧਰਮ, ਉਹਦਾ ਮੁੱਢਲਾ ਉਪਦੇਸ਼, ਮੇਨ ਉਹਦਾ ਮੋਟਿਵ ਕੀ ਹੈ। ਸਭ ਤੋਂ ਪਹਿਲੇ ਹੈ ਅਕਾਲ ਪੁਰਖ ਕੀ ਹੈ ਅਤੇ ਉਹ ਕਿਵੇਂ ਮਿਲ ਸਕਦਾ ਹੈ। ਤਾਂ ਗੁਰੂ ਮਹਾਰਾਜ ਨੇ ਸਾਨੂੰ ਆਨਸਰ ਦਿੱਤਾ ਹੈ। ਮੂਲ ਮੰਤਰ ਹੈ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਪਲੀਜ਼ ਵਾਹਿਗੁਰੂ ਜੀ ਸਾਰੇ ਮਿਊਟ ਕਰ ਲਓ। ਅਗਰ ਕਿਸੇ ਨੂੰ ਕੋਈ ਡਾਊਟ ਹੋਏਗਾ, ਕਿਸੇ ਨੂੰ ਕੋਈ ਪ੍ਰੋਬਲਮ ਹੋਏਗੀ ਤਾਂ ਤੁਸੀਂ ਹੈਂਡ ਰੇਜ਼ ਕਰ ਦੇਣਾ। ਜਿਹੜਾ ਐਪ ਦਾ ਵਿਰਚੁਅਲ ਹੈਂਡ ਹੈ, ਤੁਸੀਂ ਉਹ ਹੈਂਡ ਰੇਜ਼ ਕਰ ਦੇਣਾ। ਮੈਂ ਫਿਰ ਤੁਹਾਡਾ ਨਾਮ ਲੈ ਕੇ ਤੁਹਾਡਾ ਡਾਊਟ ਕਲੀਅਰ ਕਰ ਦਾਂਗੀ। ਅਤੇ ਸਟਾਰਟ ਕਰਦੇ ਹਾਂ ਆਪਾਂ। ਸਭ ਤੋਂ ਪਹਿਲੇ ਹੈ ਮੂਲ ਮੰਤਰ। ਮੂਲ ਮੰਤਰ ਦੇ ਮੀਨਿੰਗਸ ਦਿੱਤੇ ਹੋਏ ਆ ਨਾਲ ਨਾਲ। ਸਭ ਤੋਂ ਪਹਿਲੇ ਨਾ ਕਾਫੀ ਹੱਦ ਤੱਕ ਸੰਗਤ ਇਹਦਾ ਉਚਾਰਨ ਬਹੁਤ ਗਲਤ ਕਰਦੀ ਹੈ। ਸਾਰੇ ਬੋਲਦੇ ਆ ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਖੱਖਾ, ਲੇਕਿਨ ਇਹ ਵਰਡ ਹੈ ਅਕਾਲ ਮੂਰਤ। ਤਾਂ ਇਹਦੇ 'ਚ ਸਭ ਤੋਂ ਪਹਿਲਾਂ ਲਾਈਕ ਆ ਦੇਖੋ, ਮੈਂ ਸਪੋਟਲਾਈਟ ਕਰ ਰਹੀ ਹਾਂ। ਇਹ ਸਾਡਾ ਤੁਹਾਨੂੰ ਦਿਖ ਰਿਹਾ ਰੈੱਡ ਵਾਲਾ ਸਪੋਟਲਾਈਟ? ਕੋਈ 1-2 ਜਾਣਾ? ਹਾਂਜੀ, ਠੀਕ ਹੈ ਜੀ। 1-2 ਜਾਣੇ ਸਿਰਫ ਅਨਮਿਊਟ ਕਰਕੇ ਬੋਲ ਸਕਦੇ ਆ ਜਦੋਂ ਮੈਂ ਪੁੱਛਾਂ ਕੁਛ। ਤਾਂ ਇਹ ਹੈ ਸਾਡਾ ਮੂਲ ਮੰਤਰ। ਧਿਆਨ ਨਾਲ ਅਗਰ ਆਪਾਂ ਇਹਨੂੰ ਦੇਖੀਏ, ਕੀ ਲਿਖਿਆ ਹੋਇਆ? ਇੱਕ ਓਅੰਕਾਰ। ਆਪਾਂ ਇੱਕ ਓਮਕਾਰ ਨਹੀਂ ਬੋਲਣਾ, ਆਪਾਂ ਬੋਲਣਾ ਇੱਕ ਇੱਕ ਓ ਅੰਕਾਰ। ਅੰਕ ਮਤਲਬ ਐਨ ਦੀ ਥੋੜ੍ਹੀ ਜਿਹੀ ਸਾਊਂਡ ਆਉਣੀ ਚਾਹੀਦੀ ਹੈ, ਅੰਕਾਰ। ਠੀਕ ਹੈ, ਓਮਕਾਰ ਨਹੀਂ ਬੋਲਣਾ। ਅਗਰ ਆਪਾਂ ਓਮਕਾਰ ਬੋਲਾਂਗੇ ਤਾਂ ਇਹ ਰੋਂਗ ਹੋ ਜਾਏਗਾ। ਓਮਕਾਰ ਨਹੀਂ ਹੈ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ। ਹੁਣ ਇੱਥੇ ਅਗਰ ਆਪਾਂ ਇਹ ਵਰਡ ਦੇਖੀਏ, ਇਹ ਹੈ ਅਕਾਲ ਮੂਰਤ। ਕਈ ਬੋਲਦੇ ਆ, ਕਈ ਜਿਹਨਾਂ ਨੂੰ ਨਹੀਂ ਨੌਲੇਜ ਨਾ, ਉਹ ਬੋਲਦੇ ਆ ਅਕਾਲ ਮੂਰਖ। ਮੂਰਖ ਨਹੀਂ ਬੋਲਣਾ। ਅਗਰ ਆਪਾਂ ਇੱਕ ਵੀ ਵਰਡ, ਇੱਕ ਵੀ ਚੀਜ਼ ਚੇਂਜ ਕਰ ਦਿੰਦੇ ਹਾਂ, ਉਹਦਾ ਮੀਨਿੰਗ ਟੋਟਲੀ ਡਿਫਰੈਂਟ ਹੋ ਜਾਂਦਾ ਹੈ। ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਹੁਣ ਆਪਾਂ ਇਹਨਾਂ ਦੀ ਮੀਨਿੰਗਸ ਡਿਸਕਸ ਕਰਦੇ ਹਾਂ ਇਹਦੇ ਵਿੱਚ। ਸਭ ਤੋਂ ਪਹਿਲੇ ਹੈ ਇੱਕ ਮੀਨਸ 1। ਅਕਾਲ ਪੁਰਖ ਇੱਕ ਹੈ, ਉਸ ਜਿਹਾ ਹੋਰ ਕੋਈ ਨਹੀਂ। ਅਕਾਲ ਪੁਰਖ ਕੇਵਲ ਇੱਕ ਹੈ, ਇੱਕ ਪਰਮਾਤਮਾ ਹੈ, ਉਹਦੇ ਵਰਗਾ ਹੋਰ ਕੋਈ ਵੀ ਨਹੀਂ ਹੈ। ਓਅੰਕਾਰ, ਓਅੰਗ ਦਾ ਕੀ ਮਤਲਬ ਹੈ? ਜਿਹੜਾ ਅਕਾਲ ਪੁਰਖ ਹੈ ਉਹਦਾ ਸਵਰੂਪ ਕੀ ਹੈ? ਉਹ ਸਭ ਵਿੱਚ ਇੱਕ ਰਸ ਵਿਆਪਕ ਹੈ। ਮੀਨਸ ਉਹ ਪਰਮਾਤਮਾ ਸਭ ਵਿੱਚ ਵਸ ਰਿਹਾ। ਮਿਊਟ ਕਰ ਲਓ ਜੀ, ਆਵਾਜ਼ ਆ ਰਹੀ ਹੈ ਬੱਚੇ ਦੀ। ਇੱਕ ਦਾ ਮਤਲਬ ਹੈ ਇੱਕ, ਅਕਾਲ ਪੁਰਖ ਇੱਕ ਹੈ। ਓਅੰਕਾਰ, ਉਹ ਪਰਮਾਤਮਾ ਅਕਾਲ ਪੁਰਖ ਸਭ ਵਿੱਚ ਇੱਕ ਰਸ ਵਿਆਪਕ ਹੈ। ਮਤਲਬ ਉਹ ਸਭ ਦੇ ਵਿੱਚ ਪ੍ਰੈਜੈਂਟ ਹੈ, ਸਭ ਦੇ ਵਿੱਚ ਇੱਕੋ ਜਿਹਾ ਪ੍ਰੈਜੈਂਟ ਹੈ, ਕਿਸੇ 'ਚ ਵੱਧ ਕਿਸੇ 'ਚ ਘੱਟ ਨਹੀਂ ਹੈ। ਸਤਨਾਮ, ਸਤ ਮਤਲਬ ਸੱਚਾ,
ਨਾਮ ਮੀਨਸ ਪਰਮਾਤਮਾ ਦਾ ਨਾਮ। ਅਕਾਲ ਪੁਰਖ ਅਤੇ ਉਸ ਦਾ ਨਾਮ ਸਦਾ ਵਾਸਤੇ ਸੱਚਾ ਹੈ, ਸਦਾ ਵਾਸਤੇ ਅਟੱਲ ਹੈ। ਉਸ ਦਾ ਨਾਮ ਕਦੀ ਖਤਮ ਨਹੀਂ ਹੋ ਸਕਦਾ, ਕਦੀ ਚੇਂਜ ਨਹੀਂ ਹੋ ਸਕਦਾ। ਪਰਮਾਤਮਾ ਸੱਚਾ ਹੈ, ਪਰਮਾਤਮਾ ਦਾ ਨਾਮ ਵੀ ਸੱਚਾ ਹੈ। ਕਰਤਾ, ਕਰਤਾ ਮੀਨਸ ਜੋ ਕੁਛ ਬਣਾਉਂਦਾ, ਕੁਛ ਕਰਦਾ, ਉਹ ਸਭ ਕੁਛ ਬਣਾਉਣ ਵਾਲਾ ਹੈ। ਕਰਤਾ ਮਤਲਬ ਜਿਹਨੇ ਸਾਰੀ ਸ੍ਰਿਸ਼ਟੀ ਸਾਜੀ ਹੈ, ਜਿਹਨੇ ਸਾਰਾ ਕੁਛ ਬਣਾਇਆ। ਹੁਣ ਇੰਨਾ ਨੇਚਰ, ਇੰਨੀ ਕੁਦਰਤ, ਉਸ ਤੋਂ ਬਾਅਦ ਇੰਨੇ ਲੋਕੀ, ਇਹ ਕਿਹਨੇ ਬਣਾਇਆ ਸਾਰਾ ਕੁਛ? ਪਰਮਾਤਮਾ ਨੇ ਬਣਾਇਆ। ਪੁਰਖ ਕਿ ਉਹ ਸਭ ਕੁਛ ਬਣਾ ਕੇ ਉਸ ਵਿੱਚ ਆਪ ਵਸ ਰਿਹਾ ਹੈ। ਅਕਾਲ ਪੁਰਖ ਆਪ ਵੀ ਤਾਂ ਵਸ ਰਿਹਾ ਨਾ। ਇਹ ਸਾਰੀ ਧਰਤੀ ਬਣਾਈ ਹੈ, ਸਾਰਾ ਕੁਛ ਬਣਾਇਆ। ਉਸ ਤੋਂ ਬਾਅਦ ਸਾਡੇ ਵਿੱਚ ਵੀ ਪਰਮਾਤਮਾ ਹੈ, ਉਸ ਤੋਂ ਬਾਅਦ ਪਰਮਾਤਮਾ ਗੁਰਦੁਆਰੇ ਵਿੱਚ ਵੀ ਹੈ। ਪਰਮਾਤਮਾ ਆਪ ਵੀ ਇਸ ਧਰਤੀ ਨੂੰ ਬਣਾ ਕੇ, ਇਸ ਸਾਰੀ ਸ੍ਰਿਸ਼ਟੀ ਨੂੰ ਬਣਾ ਕੇ ਆਪ ਵੀ ਇਹਦੇ ਵਿੱਚ ਹੀ ਵਸ ਰਿਹਾ ਹੈ। ਪਰਮਾਤਮਾ ਨੇ ਕੁਛ ਬਣਾ ਕੇ ਛੱਡ ਨਹੀਂ ਦਿੱਤਾ। ਲਾਈਕ ਬਿਲਡਰ ਹੈ, ਕਿਸੇ ਦਾ ਘਰ ਬਣਾ ਦਿੰਦੇ ਆ, ਕਿਸੇ ਦਾ ਘਰ ਬਣਾ ਕੇ ਬਿਲਡਰ ਚਲੇ ਜਾਂਦੇ ਆ ਉੱਥੋਂ ਦੀ, ਉੱਥੇ ਹੀ ਤਾਂ ਨਹੀਂ ਰਹਿੰਦੇ। ਠੀਕ ਹੈ, ਇੱਦਾਂ ਹੀ ਉਹ ਬਿਲਡਰ ਉੱਥੇ ਨਹੀਂ ਰਹਿੰਦੇ, ਲੇਕਿਨ ਪਰਮਾਤਮਾ ਹੈ ਜਿਸ ਨੇ ਸਾਰੀ ਸ੍ਰਿਸ਼ਟੀ ਸਾਜੀ ਹੈ, ਪਰਮਾਤਮਾ ਵਿੱਚ ਹੀ ਰਹਿ ਰਿਹਾ ਹੈ ਇਸੀ ਧਰਤੀ 'ਤੇ। ਸਤਨਾਮ ਕਰਤਾ ਪੁਰਖ। ਨਿਰਭਉ, ਨਿਰਭਉ ਮਤਲਬ ਨਿਰ ਦਾ ਮਤਲਬ ਹੈ ਨਹੀਂ, ਭਉ ਦਾ ਮਤਲਬ ਹੈ ਡਰ। ਮਤਲਬ ਪਰਮਾਤਮਾ ਨੂੰ ਕਿਸੇ ਦਾ ਡਰ ਨਹੀਂ ਹੈ, ਉਹ ਡਰ ਭਾਵਨਾ ਤੋਂ ਰਹਿਤ ਹੈ, ਇਸ ਲਈ ਉਸਨੂੰ ਕਿਸੇ ਦਾ ਵੀ ਡਰ ਨਹੀਂ ਹੈ। ਜੋ ਪਰਮਾਤਮਾ ਹੈ, ਜਿਹੜੇ ਵਾਹਿਗੁਰੂ ਜੀ ਹੈ, ਉਹਨਾਂ ਨੂੰ ਕਿਸੇ ਤੋਂ ਵੀ ਡਰ ਨਹੀਂ ਲੱਗਦਾ। ਨਿਰਵੈਰ, ਨਿਰਵੈਰ ਦਾ ਮਤਲਬ ਹੈ ਉਹ ਵੈਰ ਭਾਵਨਾ ਤੋਂ ਰਹਿਤ ਹੈ। ਮਤਲਬ ਨਿਰ ਮਤਲਬ ਨਹੀਂ, ਵੈਰ ਮਤਲਬ ਕਿ ਪਰਮਾਤਮਾ ਦਾ ਕਿਸੇ ਨਾਲ ਵੈਰ ਨਹੀਂ ਹੈ, ਕਿਸੇ ਨਾਲ ਦੁਸ਼ਮਣੀ ਨਹੀਂ ਹੈ। ਪਰਮਾਤਮਾ ਨੂੰ ਕਿਸੇ ਨਾਲ ਵੀ ਦੁਸ਼ਮਣੀ ਨਹੀਂ ਹੈ। ਪਰਮਾਤਮਾ ਵਾਸਤੇ ਸਾਰੇ ਜੀਵ ਇੱਕੋ ਜਿਹੇ ਹਨ। ਉਸ ਤੋਂ ਬਾਅਦ ਅਕਾਲ ਮੂਰਤ। ਅਕਾਲ ਮੂਰਤ ਦਾ ਮਤਲਬ ਹੈ ਕਿ ਜੋ ਪਰਮਾਤਮਾ ਹੈ, ਜੋ ਪਰਮਾਤਮਾ ਦੀ ਹਸਤੀ ਹੈ, ਉਸ ਦੇ ਉੱਤੇ ਜੋ ਪਰਮਾਤਮਾ ਦੀ ਮੂਰਤੀ ਹੈ, ਉਹ ਪਰਮਾਤਮਾ ਦੇ ਉੱਪਰ ਕਿਸੇ ਵੀ ਚੀਜ਼ ਦਾ ਪ੍ਰਭਾਵ ਨਹੀਂ ਪੈਂਦਾ। ਭਾਵ ਕਿ ਉਸ ਦੀ ਜੋ ਹਸਤੀ ਹੈ ਸਮੇਂ ਦੇ ਪ੍ਰਭਾਵ ਤੋਂ ਰਹਿਤ ਹੈ। ਮਤਲਬ ਪਰਮਾਤਮਾ ਨੂੰ ਬਚਪਨ ਨਹੀਂ ਆਉਂਦਾ, ਜਵਾਨੀ ਨਹੀਂ ਆਉਂਦੀ, ਬੁਢੇਪਾ ਅਤੇ ਮੌਤ ਨਹੀਂ ਆਉਂਦੀ। ਅਕਾਲ ਮੂਰਤ ਹੈ, ਉਸ ਦੀ ਮੂਰਤ ਜਿਹੜੀ ਹੈ ਅਕਾਲ ਰਹਿਤ ਹੈ। ਅਕਾਲ ਦਾ ਮਤਲਬ ਹੈ ਕਿ ਕੋਈ ਵੀ ਉਸ 'ਤੇ ਪ੍ਰਭਾਵ ਨਹੀਂ ਪੈਂਦਾ। ਹੁਣ ਲਾਈਕ ਮੈਂ ਹੁਣ ਜਵਾਨ ਹਾਂ, ਫਿਰ ਮੈਂ ਅੱਗੋਂ ਹੋਰ ਵੱਡੀ ਹੋ ਜਾਵਾਂਗੀ, ਮੇਰੀ ਟਾਈਮ ਦੇ ਨਾਲ ਏਜ ਚੇਂਜ ਹੋ ਜਾਏਗੀ। ਫਿਰ ਇੱਕ ਟਾਈਮ ਆਏਗਾ ਜਦੋਂ ਮੈਂ ਬੁਢਾਪੇ ਵੱਲ ਆ ਜਾਵਾਂਗੀ, ਫਿਰ ਸਾਡੀ ਮੌਤ ਵੀ ਲਿਖੀ ਹੋਈ ਹੈ। ਲੇਕਿਨ ਜੋ ਪਰਮਾਤਮਾ ਹੈ, ਪਰਮਾਤਮਾ ਦੇ ਉੱਪਰ ਟਾਈਮ ਦਾ ਕੋਈ ਵੀ ਪ੍ਰਭਾਵ ਨਹੀਂ ਪੈ ਰਿਹਾ। ਉਸ ਤੋਂ ਬਾਅਦ ਹੈ ਅਜੂਨੀ। ਅਜੂਨੀ ਮੀਨਸ ਉਹ ਜੂਨਾਂ ਵਿੱਚ ਨਹੀਂ ਆਉਂਦਾ। ਲਾਈਕ ਆਪਾਂ ਸੁਣਦੇ ਹਾਂ ਨਾ, ਸਾਡੇ ਕੋਲ ਕਿੰਨੀ ਫਿਗਰ ਹੈ ਜੂਨਾਂ ਦੀ, ਪਤਾ ਕਿਸੇ ਨੂੰ ਕਿ ਇਸ ਧਰਤੀ 'ਤੇ ਮਤਲਬ ਕਿੰਨੀਆਂ ਜੂਨਾਂ ਹੈ ਜਿਹੜੀਆਂ ਆਪਾਂ ਭੋਗ ਕੇ ਆਏ ਹਾਂ ਜਾਂ ਭੋਗ ਸਕਦੇ ਹਾਂ? 84 ਲੱਖ ਜੂਨਾਂ। ਹਾਂਜੀ, ਗੁੱਡ। 84 ਲੱਖ ਜੂਨਾਂ, ਮਤਲਬ ਇੰਨੀਆਂ ਜੂਨਾਂ ਹੈ ਜਿਹੜੀਆਂ ਸਾਨੂੰ ਨਾਮ ਵੀ ਨਹੀਂ ਪਤਾ ਈਵਨ ਕਈਆਂ ਦੇ। ਅਤੇ ਅਜੂਨੀ ਜਿਹੜੀ ਪਰਮਾਤਮਾ ਹੈ ਨਾ, ਪਰਮਾਤਮਾ ਕਿਸੇ ਵੀ ਜੂਨ 'ਚ ਨਹੀਂ ਆਉਂਦਾ। ਉਸ ਦਾ ਕੋਈ ਮਾਂ ਪਿਓ ਨਹੀਂ ਹੈ, ਜਾਂ ਪਰਮਾਤਮਾ ਦੀ ਕੋਈ ਜੂਨ ਨਹੀਂ ਹੈ ਕਿ ਅੱਜ ਪਰਮਾਤਮਾ ਇਸ ਜੂਨ 'ਚ ਹੈ, ਕੱਲ੍ਹ ਉਸ ਜੂਨ 'ਚ ਹੋ ਜਾਏਗਾ। ਨਹੀਂ, ਪਰਮਾਤਮਾ ਜੂਨਾਂ ਤੋਂ ਵੀ ਰਹਿਤ ਹੈ, ਜੂਨਾਂ ਤੋਂ ਵੀ ਦੂਰ ਹੈ। ਅੱਗੇ ਹੈ ਸਹਿਬੰਗ। ਸਹਿਬੰਗ ਦਾ ਮਤਲਬ ਹੈ ਕਿ ਉਸਨੂੰ ਕਿਸੇ ਨੇ ਨਹੀਂ ਬਣਾਇਆ। ਜੋ ਪਰਮਾਤਮਾ ਹੈ, ਜੋ ਅਕਾਲ ਪੁਰਖ ਵਾਹਿਗੁਰੂ ਜੀ ਹੈ, ਉਸਨੂੰ ਕਿਸੇ ਨੇ ਬਣਾਇਆ ਨਹੀਂ ਹੈ। ਉਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੈ। ਗੁਰੂ ਮਹਾਰਾਜ ਨੂੰ ਕਿਸੇ ਨੇ ਵੀ ਜਨਮ ਨਹੀਂ ਦਿੱਤਾ। ਮਤਲਬ ਗੁਰੂ ਮਹਾਰਾਜ ਨੂੰ ਤਾਂ ਦਿੱਤਾ, ਚਲੋ ਜਿੱਦਾਂ ਗੁਰੂ ਨਾਨਕ ਦੇਵ ਜੀ ਦੇ ਮਾਤਾ ਜੀ, ਪਿਤਾ ਜੀ, ਲੇਕਿਨ ਜੋ ਗੁਰੂ ਨਾਨਕ ਦੇਵ ਜੀ ਜਿਹੜੇ ਵਾਹਿਗੁਰੂ ਜੀ ਦਾ, ਅਕਾਲ ਪੁਰਖ ਦਾ ਵੀ ਨਾਮ ਜਪਦੇ ਹੈ, ਉਹ ਆਪ ਵੈਸੇ ਪੂਰੇ ਪਰਮਾਤਮਾ ਹੀ ਹੈ। ਲੇਕਿਨ ਗੁਰੂ ਮਹਾਰਾਜ ਆਪ ਵੀ ਉਸ ਅਕਾਲ ਪੁਰਖ ਦੀ ਭਗਤੀ ਕਰਦੇ ਹੈ ਜਿਨ੍ਹਾਂ ਨੇ ਉਹਨਾਂ ਨੂੰ ਇਸ ਧਰਤੀ 'ਤੇ ਭੇਜਿਆ। ਅਤੇ ਉਹ ਜਿਹੜੇ ਅਕਾਲ ਪੁਰਖ ਵਾਹਿਗੁਰੂ ਜੀ ਹੈ, ਉਹ ਕਿਸੇ ਵੀ ਜੂਨ 'ਚ ਨਹੀਂ ਆਉਂਦੇ, ਕਿਸੇ ਨੇ ਉਹਨਾਂ ਨੂੰ ਬਣਾਇਆ ਨਹੀਂ। ਠੀਕ ਹੈ, ਅੱਗੇ ਹੈ ਗੁਰਪ੍ਰਸਾਦ। ਲੇਕਿਨ ਇੱਦਾਂ ਦਾ ਪਰਮਾਤਮਾ ਕਿਸ ਤਰ੍ਹਾਂ ਸਾਨੂੰ ਮਿਲਦਾ ਹੈ? ਅਕਾਲ ਪੁਰਖ ਦੀ ਕਿਰਪਾ ਦੇ ਨਾਲ, ਗੁਰੂ ਦੀ ਕਿਰਪਾ ਦੇ ਨਾਲ ਹੀ ਸਾਨੂੰ ਅਕਾਲ ਪੁਰਖ ਮਿਲਦਾ ਹੈ। ਅਕਾਲ ਪੁਰਖ ਹੈ ਕੌਣ ਅਤੇ ਕਿਵੇਂ ਮਿਲ ਸਕਦਾ ਹੈ? ਇਹ ਡੈਫੀਨੇਸ਼ਨ ਹੈ ਅਕਾਲ ਪੁਰਖ ਦੀ ਕਿ ਅਕਾਲ ਪੁਰਖ ਵਾਹਿਗੁਰੂ ਜੀ ਇੱਕ ਹਨ। ਉਹ ਜਿਹੜੇ ਹੈ ਹਰ ਇੱਕ ਵਿੱਚ ਵਸ ਰਹੇ ਹੈ, ਉਹਨਾਂ ਦਾ ਨਾਮ ਸੱਚਾ ਹੈ। ਉਸ ਤੋਂ ਬਾਅਦ ਉਹਨਾਂ ਨੇ ਸਭ ਕੁਛ ਬਣਾਇਆ ਹੈ, ਉਹ ਸਭ ਵਿੱਚ ਵਸ ਰਹੇ ਹਨ, ਆਪ ਵੀ ਵਸ ਰਹੇ ਹਨ। ਉਹਨਾਂ ਨੂੰ ਡਰ ਨਹੀਂ ਲੱਗਦਾ, ਕਿਸੇ ਨਾਲ ਵੈਰ ਨਹੀਂ ਹੈ। ਉਹਨਾਂ ਨੂੰ ਬਚਪਨ, ਜਵਾਨੀ, ਬੁਢੇਪਾ ਵੀ ਨਹੀਂ ਆਉਂਦਾ। ਉਹ ਜੂਨਾਂ ਵਿੱਚ ਨਹੀਂ ਆਉਂਦੇ, ਉਹ ਸਹਿਬੰਗ ਹਨ। ਭਾਵ ਕਿ ਉਹਨਾਂ ਨੂੰ ਕਿਸੇ ਨੇ ਬਣਾਇਆ ਨਹੀਂ ਹੈ, ਉਹਨਾਂ ਦਾ ਪ੍ਰਕਾਸ਼ ਆਪਣੇ ਆਪ ਤੋਂ ਹੈ। ਅਤੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ,
कि सानू ਜਿਹੜੇ ਅਕਾਲ ਪੁਰਖ ਜੀ ਹੈ ਉਹ ਗੁਰੂ ਦੀ ਰਹਿਮਤ ਹੁੰਦੀ ਹੈ ਸਾਡੇ 'ਤੇ, ਗੁਰੂ ਦੀ ਮਿਹਰ ਨਦਰ ਹੁੰਦੀ ਹੈ ਤਾਂ ਗੁਰੂ ਮਹਾਰਾਜ ਸਾਨੂੰ ਮਿਲਦੇ ਆ। ਹੁਣ ਅੱਗੇ ਹੈ ਉਚਾਰਨ ਸੇਧ। ਇੱਕ ਓਂਕਾਰ ਦਾ ਉਚਾਰਨ ਇੱਕ ਓਂਕਾਰ ਕਰਨਾ ਹੈ। ਅਜੂਨੀ ਅਤੇ ਸਹਿਬੰਗ ਦਾ ਉਚਾਰਨ ਵੱਖਰਾ ਵੱਖਰਾ ਹੈ। ਅਜੂਨੀ ਸਹਿਬੰਗ ਇਕੱਠਾ ਨਹੀਂ ਬੋਲਣਾ। ਪਹਿਲੇ ਕੀ ਸੀ? ਇੱਕ ਓਂਕਾਰ, ਇੱਕ ਓਅੰਕਾਰ। ਸਭ ਨੂੰ ਦਿਖਾਈ ਦੇ ਰਿਹਾ? ਹਾਂਜੀ। ਉਸ ਤੋਂ ਬਾਅਦ ਹੈ ਅਜੂਨੀ ਅਤੇ ਸਹਿਬੰਗ ਦਾ ਵੱਖਰਾ ਵੱਖਰਾ ਉਚਾਰਨ ਕਰਨਾ, ਇਕੱਠਾ ਉਚਾਰਨ ਨਹੀਂ ਕਰਨਾ। ਅਜੂਨੀ ਸਹਿਬੰਗ, ਥੋੜ੍ਹਾ ਜਿਹਾ ਪੌਜ਼ ਦੇ ਕੇ। ਠੀਕ ਹੈ ਜੀ। ਇਹਦੇ 'ਚ ਕਿਸੇ ਨੂੰ ਕੋਈ ਡਾਊਟ ਹੈ ਤਾਂ ਹੈਂਡ ਰੇਜ਼ ਕਰ ਦਿਓ ਜੀ, ਫਿਰ ਆਪਾਂ ਨੈਕਸਟ ਚੱਲੀਏ। ਓਕੇ ਜੀ, ਠੀਕ ਹੈ। ਅੱਗੇ ਨੈਕਸਟ ਕਰਦੇ ਹਾਂ। ਹਾਂਜੀ, ਹੁਣ ਇਹ ਆ ਸਾਡੇ ਕੋਲ 10 ਪਾਤਸ਼ਾਹੀਆਂ ਦੇ ਨਾਮ, ਉਹਨਾਂ ਦਾ ਪ੍ਰਕਾਸ਼ ਅਤੇ ਉਹਨਾਂ ਦਾ ਗੁਰਿਆਈ ਦਾ ਸਮਾਂ। ਆਪਾਂ ਇਹ ਰੀਡ ਕਰਦੇ ਹਾਂ। ਸਭ ਨੂੰ ਪਤਾ ਹੈ ਕਿ ਪਹਿਲੇ ਪਾਤਸ਼ਾਹ ਤੋਂ ਲੈ ਕੇ 10 ਪਾਤਸ਼ਾਹਾਂ ਦੇ ਨਾਮ ਕੀ ਹੈ। ਮੈਂ ਇੱਕ ਵਾਰ ਰਿਪੀਟ ਕਰ ਦਿੰਦੀ ਹਾਂ। ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ, ਦੂਜੀ ਪਾਤਸ਼ਾਹੀ ਗੁਰੂ ਅੰਗਦ ਦੇਵ ਜੀ, ਤੀਜੀ ਪਾਤਸ਼ਾਹੀ ਗੁਰੂ ਅਮਰਦਾਸ ਜੀ, ਚੌਥੀ ਪਾਤਸ਼ਾਹੀ ਗੁਰੂ ਰਾਮਦਾਸ ਜੀ, ਪੰਜਵੀਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ, ਛੇਵੀਂ ਪਾਤਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਜੀ, ਸੱਤਵੀਂ ਪਾਤਸ਼ਾਹੀ ਗੁਰੂ ਹਰ ਰਾਏ ਜੀ, ਅੱਠਵੀਂ ਪਾਤਸ਼ਾਹੀ ਗੁਰੂ ਹਰਕ੍ਰਿਸ਼ਨ ਜੀ, ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਜੀ ਅਤੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ। ਜਿਹੜੇ ਸਾਡੇ ਹਾਜ਼ਰਾ ਹਜ਼ੂਰ ਪ੍ਰੈਜ਼ੈਂਟ ਗੁਰੂ ਜਿਨ੍ਹਾਂ ਨੂੰ ਆਪਾਂ ਬੋਲਦੇ ਹਾਂ ਉਹ ਹਨ ਸਾਡੇ ਗੁਰੂ ਗ੍ਰੰਥ ਸਾਹਿਬ ਜੀ। ਹਾਂਜੀ, ਹੁਣ ਪ੍ਰਕਾਸ਼ ਕਿੱਥੇ ਹੋਇਆ, ਕਦੋਂ ਹੋਇਆ? ਮੀਨਸ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ 1469 ਵਿੱਚ, ਅਤੇ ਉਹਨਾਂ ਨੂੰ ਗੁਰਿਆਈ ਦਾ ਸਮਾਂ ਕਿ ਉਹ ਕਿੰਨੀ ਦੇਰ ਮਤਲਬ ਆਪਣਾ ਗੁਰਗੱਦੀ ਮਿਲੀ ਉਹਨਾਂ ਨੂੰ, ਕਿੰਨੀ ਦੇਰ ਉਹ ਆਪਣੇ ਟਾਈਮ 'ਤੇ ਰਹੇ? 1469 ਤੋਂ 1539 ਤੱਕ। ਫਿਰ 1539 ਦੇ ਵਿੱਚ ਉਹਨਾਂ ਨੇ ਗੁਰਗੱਦੀ ਦੇ ਦਿੱਤੀ ਗੁਰੂ ਅੰਗਦ ਦੇਵ ਜੀ ਨੂੰ। ਗੁਰੂ ਅੰਗਦ ਦੇਵ ਜੀ ਪਾਤਸ਼ਾਹ ਦਾ ਜਨਮ ਹੋਇਆ ਸੀ 1504 ਵਿੱਚ। ਉਹਨਾਂ ਨੂੰ ਗੁਰਗੱਦੀ ਮਿਲੀ ਸੀ ਗੁਰੂ ਨਾਨਕ ਦੇਵ ਜੀ ਵੱਲੋਂ 1539 ਵਿੱਚ, ਅਤੇ 1552 ਤੱਕ ਉਹ ਗੁਰਿਆਈ ਦੇ ਵਿੱਚ ਰਹੇ। ਉਸ ਤੋਂ ਬਾਅਦ ਉਹਨਾਂ ਨੇ ਆਪਣੀ ਗੁਰਿਆਈ ਸੌਂਪ ਦਿੱਤੀ ਗੁਰੂ ਅਮਰਦਾਸ ਜੀ ਨੂੰ। ਉਹਨਾਂ ਦਾ ਜਨਮ ਹੋਇਆ ਸੀ 1469 ਵਿੱਚ, ਅਤੇ 1552 ਵਿੱਚ ਉਹਨਾਂ ਨੂੰ ਗੁਰਗੱਦੀ ਮਿਲੀ, ਅਤੇ 1574 ਦੇ ਵਿੱਚ ਉਹਨਾਂ ਨੂੰ ਗੁਰਗੱਦੀ ਗੁਰੂ ਰਾਮਦਾਸ ਜੀ ਨੂੰ ਦੇ ਦਿੱਤੀ ਉਹਨਾਂ ਨੇ। ਫਿਰ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਹੋਇਆ ਸੀ 1534 ਵਿੱਚ। ਉਹਨਾਂ ਨੂੰ ਗੁਰਗੱਦੀ ਮਿਲੀ ਸੀ 1574 ਤੋਂ 1581। ਫਿਰ 1581 ਉਹਨਾਂ ਨੇ ਆਪਣੇ ਛੋਟੇ ਪੁੱਤਰ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੂੰ ਗੁਰਗੱਦੀ ਦੇ ਦਿੱਤੀ ਸੀ, ਜਿਹੜਾ ਉਹਨਾਂ ਨੇ ਰਾਜ ਕੀਤਾ 1606 ਵਿੱਚ, ਜਦੋਂ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੂੰ ਸ਼ਹੀਦੀ ਮਿਲਣੀ ਸੀ। ਉਸ ਤੋਂ ਪਹਿਲਾਂ ਉਹਨਾਂ ਨੇ ਗੁਰਗੱਦੀ ਬਖਸ਼ੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ 1606 ਵਿੱਚ। ਗੁਰੂ ਅਰਜਨ ਦੇਵ ਜੀ ਦਾ ਜਨਮ ਹੋਇਆ ਸੀ 1563, ਗੁਰੂ ਹਰਗੋਬਿੰਦ ਸਾਹਿਬ ਜੀ ਦਾ 1595, ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰਗੱਦੀ ਕਿੰਨੀ ਦੇਰ ਸੰਭਾਲੀ? 1606 ਤੋਂ 1644 ਤੱਕ। ਫਿਰ ਗੁਰੂ ਹਰ ਰਾਏ ਜੀ ਸਾਹਿਬ ਜੀ ਨੇ 1630 ਵਿੱਚ ਪ੍ਰਕਾਸ਼ ਹੋਇਆ, 1644 ਤੋਂ 1661 ਤੱਕ ਗੁਰਿਆਈ ਉਹਨਾਂ ਨੇ ਇੰਜੋਏ ਕੀਤੀ। ਫਿਰ ਅੱਗੋਂ ਹੈ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ। ਇਹ ਕੁਐਸਚਨਸ ਆ ਸਕਦੇ ਆ, ਲਾਈਕ ਉਹਨਾਂ ਦਾ ਜਨਮ ਹੋਇਆ ਸੀ 1656 ਵਿੱਚ। ਕਿ ਕੁਐਸਚਨ ਆ ਸਕਦਾ ਹੈ ਸਭ ਤੋਂ ਛੋਟੇ ਗੁਰੂ ਪਾਤਸ਼ਾਹ ਜੀ ਦਾ ਨਾਮ ਦੱਸੋ, ਜਿਨ੍ਹਾਂ ਨੂੰ ਸਭ ਤੋਂ ਛੋਟੀ ਉਮਰ ਦੇ ਵਿੱਚ ਗੁਰਗੱਦੀ ਮਿਲੀ। ਉਹ ਹਨ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ। ਦੇਖੋ ਉਹਨਾਂ ਦਾ ਪ੍ਰਕਾਸ਼ ਹੋਇਆ 1656 ਵਿੱਚ, ਅਤੇ ਉਹਨਾਂ ਨੂੰ 5 ਸਾਲ ਦੀ ਉਮਰ 'ਚ 1656 ਤੋਂ 1661 4-5 ਸਾਲ ਦੀ ਉਮਰ ਦੇ ਵਿੱਚ ਹੀ ਉਹਨਾਂ ਨੂੰ ਗੁਰਗੱਦੀ ਮਿਲ ਗਈ। ਅਤੇ ਉਹਨਾਂ ਨੇ ਸਿਰਫ ਉਹ 8 ਜਾਂ 9 ਸਾਲ ਦੀ 8 ਸਾਲ ਦੀ ਉਮਰ ਤੱਕ ਹੀ ਉਹ ਰਹੇ। ਉਸ ਤੋਂ ਬਾਅਦ ਫਿਰ ਅਕਾਲ ਚਲਾਣਾ ਕਰ ਗਏ। 1661 ਤੋਂ 1664 ਤੱਕ ਉਹਨਾਂ ਨੇ ਗੁਰਗੱਦੀ ਮਾਣੀ। 1664 ਜਦੋਂ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ 8 ਸਾਲ ਦੀ ਉਮਰ ਦੇ ਵਿੱਚ ਸਨ, ਤਾਂ ਉਹਨਾਂ ਨੇ ਗੁਰਗੱਦੀ ਗੁਰੂ ਤੇਗ ਬਹਾਦਰ ਜੀ ਨੂੰ ਦਿੱਤੀ ਨਹੀਂ। ਉਹਨਾਂ ਨੇ ਬਚਨ ਕੀਤਾ ਕਿ ਜਿਹੜੇ ਅਗਲੇ ਗੁਰੂ ਹਨ। ਹਾਂਜੀ, ਕਿਹਨੂੰ ਆਵਾਜ਼ ਨਹੀਂ ਆ ਰਹੀ ਜੀ? ਹੈਂਡ ਰੇਜ਼ ਕਰ ਦਿਓ। ਸਭ ਨੂੰ ਮੈਂ ਆਡੀਬਲ ਹਾਂ?
ਹਾਂਜੀ ਦੀ ਆਵਾਜ਼ ਆ ਰਹੀ ਹੈ, ਉਹ ਪਿੱਛੋਂ ਦੀ ਨਾ ਕਿਸੇ ਦਾ ਮਾਈਕ ਸ਼ਾਇਦ ਔਨ ਹੈ। ਓਕੇ ਜੀ, ਇਹ ਸਾਰੇ ਮਿਊਟ ਕਰ ਲਓ, ਕਿਸੇ ਨੂੰ ਡਿਸਟਰਬੈਂਸ ਨਾ ਹੋਵੇ। ਤੁਸੀਂ ਮਿਊਟ ਕਰ ਲਓ ਸਾਰੇ ਜੀ। ਫਿਰ ਗੁਰੂ ਹਰਕ੍ਰਿਸ਼ਨ ਜੀ ਸਾਹਿਬ ਜੀ ਪਾਤਸ਼ਾਹ ਜਿਹੜੇ ਹਨ 1656 ਵਿੱਚ ਉਹਨਾਂ ਦਾ ਜਨਮ ਹੋਇਆ। 4-5 ਸਾਲ ਦੀ ਉਮਰ 'ਚ ਉਹਨਾਂ ਨੂੰ ਗੁਰਗੱਦੀ ਮਿਲ ਗਈ। ਉਸ ਤੋਂ ਬਾਅਦ ਉਹਨਾਂ ਨੇ 3-4 ਸਾਲ ਹੀ ਗੁਰਗੱਦੀ ਮਾਣੀ। ਉਸ ਤੋਂ ਬਾਅਦ ਜਦੋਂ ਉਹ ਵੀ ਲਾਸਟ ਆਪਣੇ ਉਹਨਾਂ ਦੇ ਮੂੰਹ 'ਚੋਂ ਸਿਰਫ ਇਹੀ ਨਿਕਲਿਆ ਸੀ, ਬਾਬਾ ਬਸੈ ਗ੍ਰਾਮ ਬਕਾਲੇ। ਮਤਲਬ ਉੱਥੋਂ ਦੀ ਸੰਗਤ ਨੂੰ ਇਹ ਪਤਾ ਲੱਗ ਗਿਆ ਕਿ ਜਿਹੜਾ ਪਿੰਡ ਹੈ ਬਕਾਲੇ, 9ਵੇਂ ਪਾਤਸ਼ਾਹ ਸਾਡੇ ਉੱਥੇ ਮਿਲਣਗੇ ਸਾਨੂੰ। ਤਾਂ ਫਿਰ ਉੱਥੇ ਜਾ ਕੇ ਗੁਰੂ ਲਾਦੋਰੇ ਕਰਕੇ ਉਹਨਾਂ ਨੇ ਲੱਭਿਆ ਮੱਖਣ ਸ਼ਾਹ ਲੁਬਾਣਾ ਜੀ ਨੇ। ਉਹਨਾਂ ਨੂੰ ਦੱਸਿਆ ਕਿ ਗੁਰੂ ਤੇਗ ਬਹਾਦਰ ਜੀ ਸਾਡੇ 9ਵੇਂ ਗੁਰੂ ਹੈ। ਉੱਥੋਂ ਸਾਨੂੰ ਪਤਾ ਲੱਗਿਆ ਕਿ ਗੁਰੂ ਤੇਗ ਬਹਾਦਰ ਜੀ ਗੁਰੂ ਬਣੇ ਆ। ਤਾਂ 1664 ਚੱਲ ਰਿਹਾ ਸੀ ਉਦੋਂ, ਅਤੇ ਉਹਨਾਂ ਨੂੰ ਉਦੋਂ ਗੁਰਗੱਦੀ ਮਿਲੀ। ਇੱਥੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਆਪ ਗੁਰੂ ਤੇਗ ਬਹਾਦਰ ਜੀ ਨੂੰ ਗੱਦੀ ਟਰਾਂਸਫਰ ਨਹੀਂ ਕੀਤੀ। ਲਾਈਕ ਜਿੱਦਾਂ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਦਿੱਤੀ, ਉਹਨਾਂ ਨੇ ਗੁਰੂ ਮਹਾਰਾਜ ਨੂੰ ਆਪ ਮੱਥਾ ਟੇਕਿਆ। ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਮੱਥਾ ਟੇਕਿਆ ਸੀ ਅਤੇ ਸਾਰੀ ਸੰਗਤ ਵਿੱਚ ਇਹ ਐਲਾਨ ਕੀਤਾ ਸੀ ਕਿ ਅੱਜ ਤੋਂ ਇਹ ਤੁਹਾਡੇ ਅਗਲੇ ਗੁਰੂ ਹੈ, ਤੁਹਾਡੇ ਦੂਜੇ ਗੁਰੂ ਹੈ, ਤੁਸੀਂ ਵੀ ਇਹਨਾਂ ਨੂੰ ਗੁਰੂ ਮੰਨਣਾ। ਲੇਕਿਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਗੁਰੂ ਤੇਗ ਬਹਾਦਰ ਜੀ ਨੂੰ ਗੁਰਗੱਦੀ ਐਵੇਂ ਨਹੀਂ ਦਿੱਤੀ। ਅਤੇ ਉਦੋਂ ਉਹਨਾਂ ਨੇ ਬਸ ਇਹ ਆਪਣੇ ਮੂੰਹ 'ਚੋਂ ਲਾਸਟ ਵਰਡਸ ਇਹ ਬੋਲੇ ਸੀ, ਬਾਬਾ ਬਸੈ ਗ੍ਰਾਮ ਬਕਾਲੇ, ਕਿ ਮਤਲਬ ਬਾਬਾ ਬਸੇ ਜਿਹੜੇ ਨੈਕਸਟ ਗੁਰੂ ਸਾਹਿਬ ਹੋਣਗੇ ਉਹ ਗ੍ਰਾਮ ਬਕਾਲੇ ਮਤਲਬ ਪਿੰਡ ਬਕਾਲੇ ਵਿੱਚ, ਬਕਾਲਾ ਸਾਹਿਬ ਜਿੱਥੇ ਬਾਬਾ ਬਕਾਲਾ ਨਾਮ ਤੋਂ ਗੁਰਦੁਆਰਾ ਜਾਣਿਆ ਜਾਂਦਾ ਹੈ, ਉੱਥੇ ਗੁਰੂ ਤੇਗ ਬਹਾਦਰ ਜੀ ਭਗਤੀ ਕਰ ਰਹੇ ਸੀ। ਅਤੇ 1664 ਤੋਂ 1675 ਤੱਕ ਗੁਰੂ ਤੇਗ ਬਹਾਦਰ ਜੀ ਨੇ ਗੁਰਗੱਦੀ ਮਾਣੀ। ਉਸ ਤੋਂ ਬਾਅਦ ਉਹਨਾਂ ਨੇ ਗੁਰਗੱਦੀ ਆਪਣੇ ਪੁੱਤਰ ਜੀ ਗੁਰੂ ਗੋਬਿੰਦ ਸਾਹਿਬ ਜੀ ਨੂੰ ਦੇ ਦਿੱਤੀ। 1666 ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ। ਉਸ ਤੋਂ ਬਾਅਦ 1675 ਤੋਂ 1708 ਤੱਕ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਗੱਦੀ ਸੰਭਾਲੀ। ਉਸ ਤੋਂ ਬਾਅਦ 1708 ਵਿੱਚ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਸਾਡੇ ਪ੍ਰੈਜ਼ੈਂਟ ਗੁਰੂ ਥਾਪ ਦਿੱਤਾ। ਇਹ ਇਤਿਹਾਸ ਹੈ, ਥੋੜ੍ਹਾ ਡਿਫਿਕਲਟ ਹੈ ਲਰਨ ਕਰਨਾ, ਲੇਕਿਨ ਕੋਸ਼ਿਸ਼ ਕਰੋ, ਲਰਨ ਕਰਨਾ ਪਏਗਾ। ਮਤਲਬ ਇੱਦਾਂ ਆਪਾਂ ਲਰਨ ਕਰ ਸਕਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਗੁਰਗੱਦੀ 'ਤੇ ਕਿੰਨੀ ਦੇਰ ਰਹੇ। 1469 ਤੋਂ 1539 ਤੱਕ ਐਸਟੀਮੇਟ ਲਗਾ ਲਈਏ ਤਾਂ ਇਹ ਥੋੜ੍ਹਾ ਯਾਦ ਹੋ ਸਕਦਾ। ਅੱਗੇ ਸਾਡੇ ਕੋਲ 5 ਪਿਆਰਿਆਂ ਦੇ ਨਾਮ। ਹਾਂਜੀ, ਹੁਣ ਹੈ 5 ਪਿਆਰੇ। ਇਹ ਸਭ ਨੂੰ ਪਤਾ ਸਾਨੂੰ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ। ਇਹ 5 ਪਿਆਰੇ ਹੈ। ਇਹ ਹੁਣ ਰਹਿੰਦੇ ਕਿੱਥੇ ਕਿੱਥੇ ਹੈ? ਸਭ ਤੋਂ ਪਹਿਲੇ ਭਾਈ ਦਇਆ ਸਿੰਘ ਜੀ ਨਿਵਾਸੀ ਲਾਹੌਰ, ਭਾਈ ਦਇਆ ਸਿੰਘ ਜੀ ਲਾਹੌਰ ਤੋਂ ਹੈ ਪਾਕਿਸਤਾਨ। ਭਾਈ ਧਰਮ ਸਿੰਘ ਜੀ ਨਿਵਾਸੀ ਹਸਤਾਨਪੁਰ ਦਿੱਲੀ ਤੋਂ। ਭਾਈ ਹਿੰਮਤ ਸਿੰਘ ਜੀ ਉੜੀਸਾ ਤੋਂ। ਭਾਈ ਮੋਹਕਮ ਸਿੰਘ ਜੀ ਨਿਵਾਸੀ ਦੁਆਰਕਾ ਗੁਜਰਾਤ। ਭਾਈ ਸਾਹਿਬ ਸਿੰਘ ਜੀ ਕਰਨਾਟਕਾ। ਮਤਲਬ ਅਗਰ ਆਪਾਂ ਦੇਖੀਏ ਜਿਹੜੇ 5 ਪਿਆਰੇ ਹੈ, ਉਹ 5 ਪਿਆਰੇ ਵੀ ਨਾ ਅਲੱਗ-ਅਲੱਗ ਧਰਮ ਦੇ ਸਨ ਅਤੇ ਇੱਕੋ ਕੋਈ ਸਿੱਖ ਧਰਮ ਨਹੀਂ ਸੀ। ਜਦੋਂ ਗੁਰੂ ਮਹਾਰਾਜ ਨੇ 5 ਪਿਆਰਿਆਂ ਦੀ ਚੋਣ ਕੀਤੀ, ਗੁਰੂ ਮਹਾਰਾਜ ਨੇ ਕਿਹਾ ਕਿ ਮੈਨੂੰ ਆਪਣਾ ਸੀਸ ਦਿਓ, ਕੋਈ ਹੈ ਇੱਦਾਂ ਦਾ ਲਾਲ ਜਿਹੜਾ ਮੈਨੂੰ ਆਪਣਾ ਸੀਸ ਦੇਵੇਗਾ, ਤਾਂ ਇਹ 5 ਪਿਆਰੇ ਖੜ੍ਹੇ ਹੋਏ ਸੀ ਅਤੇ ਇਹਨਾਂ ਨੇ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਨੂੰ ਸੌਂਪ ਦਿੱਤਾ ਸੀ। ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਇਹ 5 ਪਿਆਰੇ ਸਜਾਏ ਅਤੇ ਇਹਨਾਂ ਦੇ ਨਾਮ ਚੇਂਜ ਕਰਕੇ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ ਅਤੇ ਭਾਈ ਸਾਹਿਬ ਸਿੰਘ ਜੀ ਰੱਖ ਦਿੱਤਾ। ਅਤੇ ਇਹ ਕਿੱਥੋਂ ਕਿੱਥੋਂ ਸਨ? ਪਾਕਿਸਤਾਨ, ਦਿੱਲੀ, ਉੜੀਸਾ, ਗੁਜਰਾਤ, ਕਰਨਾਟਕਾ। ਹੁਣ ਇਹ 5 ਪਿਆਰਿਆਂ ਦਾ ਅਕਾਲ ਚਲਾਣਾ ਕਿੱਥੇ ਹੋਇਆ? ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਉਹਨਾਂ ਨੇ ਜੰਗਾਂ 'ਚ ਪਾਰਟੀਸਪੇਟ ਕੀਤਾ, ਜੰਗਾਂ ਲੜੀਆਂ ਨਾਲ, ਤਾਂ 5 ਪਿਆਰੇ ਵੀ ਨਾਲ ਹੀ ਸਨ ਬਾਬਾ ਜੀ ਦੇ, ਗੁਰੂ ਗੋਬਿੰਦ ਸਿੰਘ ਜੀ ਦੇ। ਤਾਂ ਭਾਈ ਦਇਆ ਸਿੰਘ ਜੀ, ਉਹਨਾਂ ਦਾ ਅਕਾਲ ਚਲਾਣਾ ਹੋਇਆ ਨਾਂਦੇੜ। ਪਲੀਜ਼ ਐਵਰੀਵਨ। ਹਾਂਜੀ, ਭਾਈ ਦਇਆ ਸਿੰਘ ਜੀ, ਉਹਨਾਂ ਦਾ ਅਕਾਲ ਚਲਾਣਾ ਹੋ ਗਿਆ ਸੀ ਨਾਂਦੇੜ ਦੀ ਧਰਤੀ 'ਤੇ ਸਨ 1708 ਵਿੱਚ। ਅਤੇ ਭਾਈ ਧਰਮ ਸਿੰਘ ਜੀ ਦਾ ਵੀ ਨਾਂਦੇੜ ਵਿੱਚ 1708 ਵਿੱਚ। ਭਾਈ ਹਿੰਮਤ ਸਿੰਘ ਜੀ ਉਹ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਏ ਸਨ 1704 ਵਿੱਚ।
ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, ਇਹ ਵੀ ਚਮਕੌਰ ਦੀ ਗੜੀ 'ਚ। ਆਪਾਂ ਐਵੇਂ ਯਾਦ ਰੱਖ ਸਕਦੇ ਹਾਂ। ਕੁਐਸਚਨ ਆ ਸਕਦਾ ਤੁਹਾਨੂੰ ਜਿਹੜਾ 20th ਨੂੰ ਕੰਪੀਟੀਸ਼ਨ ਹੈ ਕਿ ਉਹ 5 ਪਿਆਰਿਆਂ ਦੇ ਨਾਮ ਦੱਸੋ ਜਿਹੜੇ ਨੰਦੇੜ ਸਾਹਿਬ ਦੀ ਧਰਤੀ 'ਤੇ ਸ਼ਹੀਦ ਹੋਏ ਸਨ, ਜਾਂ ਨੰਦੇੜ ਸਾਹਿਬ ਦੀ ਧਰਤੀ 'ਤੇ ਕਿਹਨਾਂ ਪਿਆਰਿਆਂ ਨੇ ਅਕਾਲ ਚਲਾਣਾ ਕੀਤਾ ਸੀ। ਤਾਂ ਸਾਨੂੰ ਇਹ ਨਾਮ ਯਾਦ ਰੱਖਣੇ ਪੈਣਗੇ ਜਿਹੜੇ ਵੱਡੇ ਸੀ, ਮਤਲਬ ਪਹਿਲੇ ਤੇ ਦੂਜੇ। ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਇਹ ਨੰਦੇੜ ਦੀ ਧਰਤੀ 'ਤੇ ਇਹਨਾਂ ਨੇ ਆਪਣੇ ਸਵਾਸ ਤਿਆਗੇ ਸੀ। ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ ਅਤੇ ਭਾਈ ਸਾਹਿਬ ਸਿੰਘ ਜੀ, ਇਹਨਾਂ ਨੇ ਚਮਕੌਰ ਸਾਹਿਬ, ਇਹ ਸੇਮ ਹੈ ਐਂਡ ਇਹ ਸੇਮ ਹੈ, ਸਨ ਵੀ ਸੇਮ ਹੈ, ਪਲੇਸ ਵੀ ਇੱਥੇ ਵੀ, ਕਿਉਂਕਿ ਇਹ ਜੱਥਾ ਬਣ ਕੇ ਜਾਂਦੇ ਸੀ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਫੌਜਾਂ ਨਾਲ ਮੁਕਾਬਲਾ ਕਰਨਾ ਸੀ, ਉਹ 5 ਦੇ ਜੱਥਾ ਬਣਾ ਕੇ ਭੇਜਦੇ ਸੀ। ਤਾਂ ਉਹ 5 ਦੇ ਨਾਲ 5 ਦੇ ਵਿੱਚ, ਹਾਂਜੀ I'm sorry to interrupt you, but ma'am, I want to ask you if quiz is there ਇਹਦੇ quiz based ਹੋਊਗਾ, MCQ based ਹੋਊਗਾ ਪੇਪਰ ਜਾਂ ਰਿਟਨ ਹੋਊਗਾ? ਹਾਂਜੀ, ਪੇਪਰ ਵੈਸੇ MCQ ਬੇਸਡ ਆਏਗਾ। ਹੁਣ ਤੱਕ ਜਿੰਨੇ ਵੀ ਇਹਨਾਂ ਨੇ ਔਰਗਨਾਈਜ਼ ਕੀਤੇ ਹੈ ਸਾਰੇ MCQ ਬੇਸਡ ਹੋਣਗੇ। 3 ਆਪਸ਼ਨਸ ਦਿੱਤੇ ਹੋਣਗੇ, ਬਟ ਐਵੇਂ ਵੀ ਹੋ ਸਕਦਾ ਕਿ ਆਪਸ਼ਨਸ ਜਿਹੜੇ ਹੋਣ ਬਹੁਤ ਕਲੋਜ਼ ਹੋਣ, ਇਸ ਕਰਕੇ ਸਾਨੂੰ ਈਅਰਸ ਐਂਡ ਸਾਨੂੰ ਪਲੇਸਿਸ ਵੀ ਧਿਆਨ 'ਚ ਰੱਖਣੀਆਂ ਪੈਣਗੀਆਂ। ਠੀਕ ਹੈ ਮੈਮ, ਥੈਂਕ ਯੂ ਮੈਮ। ਹਾਂਜੀ, ਨੋ ਪ੍ਰੋਬਲਮ। ਤੁਸੀਂ ਹੈਂਡ ਰੇਜ਼ ਕਰ ਸਕਦੇ ਹੋ, ਫਿਰ ਮੈਂ ਤੁਹਾਨੂੰ ਅਨਮਿਊਟ ਮਤਲਬ ਤੁਸੀਂ ਹੈਂਡ ਰੇਜ਼ ਕਰ ਦਿਓ, ਫਿਰ ਮੈਂ ਤੁਹਾਡਾ ਨਾਮ ਬੋਲ ਕੇ ਤੁਸੀਂ ਬੋਲ ਸਕਦੇ ਹੋ। ਠੀਕ ਹੈ ਜੀ, ਅੱਗੇ ਚੱਲਦੇ ਹਾਂ। ਹੋਰ ਇੱਥੇ ਤੱਕ ਕਿਸੇ ਨੂੰ ਕੋਈ ਡਾਊਟ ਤਾਂ ਨਹੀਂ? ਠੀਕ ਹੈ ਜੀ, ਅੱਗੇ ਚੱਲਦੇ ਹਾਂ। ਹੁਣ ਆਪਾਂ ਐਵੇਂ ਯਾਦ ਰੱਖ ਸਕਦੇ ਹਾਂ ਕਿ ਸਭ ਤੋਂ ਪਹਿਲਾਂ 5 ਪਿਆਰਿਆਂ ਦੇ ਵਿੱਚੋਂ ਕੌਣ ਸ਼ਹੀਦ ਹੋਇਆ ਸੀ? ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ 1704 ਵਿੱਚ ਚਮਕੌਰ ਸਾਹਿਬ, ਅਤੇ ਪਹਿਲੇ 2 ਪਿਆਰੇ ਉਹ ਨੰਦੇੜ ਦੀ ਧਰਤੀ 'ਤੇ 1708 ਵਿੱਚ ਸ਼ਹੀਦ ਹੋਏ ਸਨ। ਅੱਗੇ 4 ਸਾਹਿਬਜ਼ਾਦੇ, ਸਾਹਿਬਜ਼ਾਦਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਜੁਝਾਰ ਸਿੰਘ ਜੀ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ, ਸਾਹਿਬਜ਼ਾਦਾ ਫਤਿਹ ਸਿੰਘ ਜੀ। ਸਾਨੂੰ ਇਹਨਾਂ ਦਾ ਜਨਮ ਅਤੇ ਇਹਨਾਂ ਦੀ ਸ਼ਹੀਦੀ ਇਹ ਯਾਦ ਵਿੱਚ ਰੱਖਣੀ ਹੈ ਕਿ ਜਨਮ ਕਿੱਥੇ ਹੋਇਆ ਸੀ ਬਾਬਾ ਅਜੀਤ ਸਿੰਘ ਜੀ ਦਾ, ਪਾਉਂਟਾ ਸਾਹਿਬ ਦੀ ਧਰਤੀ 'ਤੇ, ਅਤੇ ਸ਼ਹੀਦ ਹੋ ਗਏ ਸਨ ਚਮਕੌਰ ਸਾਹਿਬ। ਜਿੱਦਾਂ ਉੱਪਰ 5 ਪਿਆਰੇ ਸੀ ਨਾ ਜਿਹੜੇ ਚਮਕੌਰ ਸਾਹਿਬ ਸ਼ਹੀਦ ਹੋਏ, ਨਾਲ 2 ਸਾਹਿਬਜ਼ਾਦੇ ਵੀ ਸੀ ਗੁਰੂ ਮਹਾਰਾਜ ਦੇ, ਗੁਰੂ ਗੋਬਿੰਦ ਸਿੰਘ ਜੀ ਦੇ 2 ਸਾਹਿਬਜ਼ਾਦੇ ਅਤੇ 3 ਪਿਆਰੇ ਇਕੱਠੇ ਸ਼ਹੀਦ ਹੋਏ ਸੀ ਚਮਕੌਰ ਦੀ ਗੜੀ ਵਿੱਚ ਜਦੋਂ ਯੁੱਧ ਲੱਗਿਆ ਸੀ 1704 ਵਿੱਚ। ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ, ਸਾਹਿਬਜ਼ਾਦਾ ਫਤਿਹ ਸਿੰਘ ਜੀ, ਇਹਨਾਂ ਦਾ ਜਨਮ ਹੋਇਆ ਸੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ। ਆਪਾਂ ਹੁਣ ਇਹ ਐਵੇਂ ਯਾਦ ਰੱਖ ਸਕਦੇ ਹਾਂ, ਲਾਈਕ ਜਿਹੜੇ ਪਹਿਲੇ ਸਾਹਿਬਜ਼ਾਦਾ ਜੀ ਹਨ ਉਹਨਾਂ ਦਾ ਜਨਮ ਹੋਇਆ ਸੀ ਪਾਉਂਟਾ ਸਾਹਿਬ, ਅਤੇ ਬਾਕੀ ਜਿਹੜੇ 3 ਹੈ ਇਹਨਾਂ ਦਾ ਜਨਮ ਹੋਇਆ ਸੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ। ਲੇਕਿਨ ਜਿਹੜੀ ਸ਼ਹੀਦੀ ਹੋਈ ਸੀ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਸੀ ਚਮਕੌਰ ਸਾਹਿਬ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਸੀ ਸਰਹੰਦ ਫਤਿਹਗੜ੍ਹ ਸਾਹਿਬ। ਜਿਹੜੇ ਵੱਡੇ ਸਾਹਿਬਜ਼ਾਦੇ ਹੈ ਉਹਨਾਂ ਨੂੰ ਕਿੱਥੇ ਸ਼ਹੀਦੀ ਮਿਲੀ ਸੀ? ਚਮਕੌਰ ਸਾਹਿਬ, ਉਹ ਜੰਗ ਲੜਦਿਆਂ ਸ਼ਹੀਦ ਹੋਏ ਸੀ। ਜਿਹੜੇ ਛੋਟੇ ਸਾਹਿਬਜ਼ਾਦੇ ਹੈ ਉਹਨਾਂ ਨੂੰ ਕਿੱਥੇ ਰੱਖਿਆ ਗਿਆ ਸੀ? ਠੰਡੇ ਬੁਰਜ ਦੇ ਵਿੱਚ, ਠੰਡੇ ਬੁਰਜ ਵਿੱਚ ਰੱਖਿਆ ਗਿਆ ਸੀ। ਫਿਰ ਉਹਨਾਂ ਨੇ ਕਿੰਨੇ ਧਮਕੀਆਂ ਦਿੱਤੀਆਂ ਕਿ ਤੁਸੀਂ ਸਾਡਾ ਧਰਮ ਅਪਣਾ ਲਓ, ਨਹੀਂ ਤਾਂ ਅਸੀਂ ਤੁਹਾਡਾ ਕਤਲ ਕਰ ਦਾਂਗੇ, ਤੁਹਾਨੂੰ ਨੀਹਾਂ ਵਿੱਚ ਚਿਣ ਦਾਂਗੇ। ਫਿਰ ਇੱਕ ਉਹ ਡੋਲੇ ਨਹੀਂ ਛੋਟੇ ਸਾਹਿਬਜ਼ਾਦੇ, ਉਹਨਾਂ ਨੂੰ ਨੀਹਾਂ ਵਿੱਚ ਚਿਣਾ ਦਿੱਤਾ ਗਿਆ, ਸਰਹੰਦ ਵਿੱਚ ਨੀਹਾਂ ਵਿੱਚ ਚਿਣਾ ਦਿੱਤਾ ਗਿਆ। ਉੱਥੇ ਫਤਿਹਗੜ੍ਹ ਸਾਹਿਬ ਗੁਰਦੁਆਰਾ ਹੈ, ਉੱਥੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਠੀਕ ਹੈ ਜੀ, ਹੁਣ ਅੱਗੇ ਹੈ 5 ਤਖ਼ਤ। ਤੁਸੀਂ ਇਹ ਸਕਰੀਨਸ਼ਾਟ ਲੈ ਸਕਦੇ ਹੋ ਅਗਰ ਤੁਹਾਨੂੰ ਇਹ ਅੱਛੀ ਤਰ੍ਹਾਂ ਵਿਜ਼ੀਬਲ ਹੈ, ਲਰਨ ਕਰਨ 'ਚ ਥੋੜ੍ਹੀ ਆਸਾਨੀ ਹੋ ਜਾਏਗੀ। ਹਾਂਜੀ, ਰਿਮੂਵ ਕਰ ਦਾਂ, ਨੈਕਸਟ ਪਿਕ ਲਗਾ ਦਾਂ। ਹਾਂਜੀ, ਅੱਗੇ ਹੈ ਅਕਾਲ ਤਖ਼ਤ। 5 ਤਖ਼ਤ ਹੈ ਸਾਡੇ ਕੋਲ। ਤਖ਼ਤ ਕੀ ਹੁੰਦਾ? ਤਖ਼ਤ ਦਾ ਮਤਲਬ ਹੈ ਕਿ ਇੱਦਾਂ ਦੀਆਂ ਇੰਪੋਰਟੈਂਟ ਪਲੇਸਿਸ ਜਿਨ੍ਹਾਂ ਨੂੰ ਬਹੁਤ ਮਹਾਨਤਾ ਦਿੱਤੀ ਜਾਵੇ।
ਤੇ ਸਾਡੇ ਸਿੱਖ ਧਰਮ ਦੇ ਵਿੱਚ 5 ਤਖਤ ਮੰਨੇ ਜਾਂਦੇ ਹੈ, ਬਹੁਤ ਇੰਪੋਰਟੈਂਟ। ਸਾਰੇ ਗੁਰਦੁਆਰੇ ਇੰਪੋਰਟੈਂਟ ਹੈ, ਜਿੱਥੇ ਵੀ ਗੁਰੂ ਮਹਾਰਾਜ ਦਾ ਪ੍ਰਕਾਸ਼ ਹੋ ਰਿਹਾ ਬਹੁਤ ਇੰਪੋਰਟੈਂਟ ਹੈ। ਲੇਕਿਨ ਜਦੋਂ ਆਪਾਂ ਕਿਸੇ ਵੀ ਕੋਈ ਵੀ ਮਾਮਲੇ ਬਾਰੇ ਕਿਸੇ ਵੀ ਤਖਤ ਤੋਂ ਅਗਰ ਆਪਾਂ ਕੁਛ ਜਵਾਬ ਲੈਣਾ ਹੋਵੇ, ਲਾਈਕ ਸਾਨੂੰ ਨਹੀਂ ਪਤਾ ਕਿ ਸਾਨੂੰ ਧਰਮ ਵਿੱਚ ਕੀ ਕਰਨਾ ਚਾਹੀਦਾ ਹੈ, ਕੋਈ ਸਾਨੂੰ ਅਗਰ ਕੋਈ ਮੁਸ਼ਕਿਲ ਆ ਜਾਵੇ ਜਾਂ ਅਗਰ ਆਪਾਂ ਕਹਿ ਸਕੀਏ ਆਪਾਂ ਕਨਫਿਊਜ਼ ਹੋਈਏ ਕਿ ਗੁਰੂ ਮਹਾਰਾਜ ਜੀ ਆਪਾਂ ਇਹ ਕੰਮ ਕਰੀਏ ਜਾਂ ਨਾ ਕਰੀਏ, ਤਾਂ ਆਪਾਂ ਜਿਹੜਾ ਸਾਡਾ ਸਿੱਖ ਪੰਥ ਹੈ ਉਹ ਅਕਾਲ ਤਖਤ ਤੋਂ ਹੁਕਮ ਲੈਂਦਾ ਕਿ ਗੁਰੂ ਮਹਾਰਾਜ ਜੀ ਸਾਨੂੰ ਐਵੇਂ ਕਰਨਾ ਚਾਹੀਦਾ ਹੈ ਜਾਂ ਨਹੀਂ ਕਰਨਾ ਚਾਹੀਦਾ। ਕੋਈ ਪੋਲੀਟੀਕਲ ਇਸ਼ੂਜ਼ ਦੇ ਵਿੱਚ ਵੀ ਜਾਂ ਹੋਰ ਕਿਸੇ ਵੀ ਗੱਲ 'ਤੇ ਅਗਰ ਆਪਾਂ ਗੁਰੂ ਮਹਾਰਾਜ ਤੋਂ ਅਕਾਲ ਤਖਤ ਤੋਂ ਹੁਕਮਨਾਮਾ ਜਦੋਂ ਆਉਂਦਾ ਤਾਂ ਉਹਦੇ ਵਿੱਚ ਪਤਾ ਲੱਗ ਜਾਂਦਾ ਹੈ ਕਿ ਹਾਂਜੀ ਗੁਰੂ ਮਹਾਰਾਜ ਸਾਨੂੰ ਕੀ ਕਹਿ ਰਹੇ ਹੈ, ਕਿ ਸਾਨੂੰ ਇਹ ਕੰਮ ਕਰਨਾ ਚਾਹੀਦਾ ਹੈ ਜਾਂ ਨਹੀਂ ਕਰਨਾ ਚਾਹੀਦਾ। ਤਾਂ ਉਸ ਵਾਸਤੇ ਸਾਡੇ ਸਿੱਖ ਧਰਮ ਵਿੱਚ 5 ਤਖਤ ਬਣਾਏ ਗਏ ਆ। ਸਭ ਤੋਂ ਪਹਿਲੇ ਆ ਅਕਾਲ ਤਖਤ ਸਾਹਿਬ। ਇਹ ਅਕਾਲ ਤਖਤ ਸਾਹਿਬ ਕਿੱਥੇ ਹੈ, ਕਿਸੇ ਨੂੰ ਪਤਾ ਹੈ? ਹਰਿਮੰਦਰ ਸਾਹਿਬ ਅੰਮ੍ਰਿਤਸਰ। ਹਾਂਜੀ, ਹਰਿਮੰਦਰ ਸਾਹਿਬ ਅੰਮ੍ਰਿਤਸਰ ਤਾਂ ਹੈ, ਲੇਕਿਨ ਪਲੇਸ ਕਿੱਥੇ ਹੈ, ਮਤਲਬ ਕਿੱਥੇ ਸਾਨੂੰ ਦੇਖਣ ਨੂੰ ਮਿਲਦਾ ਤਖਤ? ਥੋੜ੍ਹਾ ਜਿਹਾ ਐਕਸਪਲੇਨ ਕਰੋ। ਹਰਿਮੰਦਰ ਸਾਹਿਬ ਦੇ ਸਾਹਮਣੇ। ਹਾਂਜੀ, ਜਦੋਂ ਆਪਾਂ ਦਰਸ਼ਨੀ ਡਿਓੜੀ ਵਿੱਚ ਐਂਟਰ ਕਰਨ ਲੱਗਦੇ ਹਾਂ ਅਤੇ ਉਦੋਂ ਲਾਈਕ ਅਗਰ ਆਪਾਂ ਲਾਈਨ ਦੇ ਵਿੱਚ ਲੱਗਦੇ ਹਾਂ, ਆਪਣੇ ਰਾਈਟ ਸਾਈਡ 'ਤੇ ਸਾਡੀ ਲਾਈਨ ਹੁੰਦੀ ਹੈ, ਲੈਫਟ ਸਾਈਡ 'ਤੇ ਉੱਪਰ ਪੌੜੀਆਂ ਚੜ੍ਹ ਕੇ ਤਖਤ ਬਣਿਆ ਹੋਇਆ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਪੰਜਾਬ ਵਿੱਚ। ਨੈਕਸਟ ਹੈ ਤਖਤ ਹਰਿਮੰਦਰ ਸਾਹਿਬ ਪਟਨਾ ਸਾਹਿਬ ਬਿਹਾਰ। ਇਹ ਬਿਹਾਰ ਸਟੇਟ ਦੇ ਵਿੱਚ ਹੈ। ਪਟਨਾ ਸਾਹਿਬ ਜਿਹੜਾ ਗੁਰਦੁਆਰਾ ਉਹਦੇ ਅੰਦਰ ਹਰਿਮੰਦਰ ਸਾਹਿਬ ਨਾਮ ਦਾ ਤਖਤ ਬਣਿਆ ਹੋਇਆ। ਨੈਕਸਟ ਹੈ ਤਖਤ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਿੱਚ ਹੈ, ਪੰਜਾਬ ਸਾਈਡ। ਨੈਕਸਟ ਹੈ ਹਜ਼ੂਰ ਸਾਹਿਬ ਨਾਂਦੇੜ ਮਹਾਰਾਸ਼ਟਰਾ ਸਾਈਡ 'ਤੇ ਨਾਂਦੇੜ ਵਿੱਚ ਜਿਹੜਾ ਹਜ਼ੂਰ ਸਾਹਿਬ ਗੁਰਦੁਆਰਾ ਹੈ ਉੱਥੇ ਇਹ ਤਖਤ ਮੌਜੂਦ ਹੈ। ਫਿਰ ਹੈ ਤਖਤ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਪੰਜਾਬ ਦੇ ਵਿੱਚ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਦੇ ਨਾਮ 'ਤੇ ਇਹ ਤਖਤ ਹੈ। ਅੱਗੇ ਚੱਲਦੇ ਹਾਂ, ਸਾਡੇ ਕੋਲ 6th ਟੌਪਿਕ ਹੈ, 5 ਮਿੰਟ ਰਹਿ ਗਏ ਕਲਾਸ ਦੇ, ਬਸ 5-7 ਮਿੰਟ। ਫਤਿਹ ਕੀ ਹੈ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਈ ਬੋਲਦੇ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ, ਕਈ ਬੋਲਦੇ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ। ਵਾਹਿਗੁਰੂ ਜੀ ਇਹ ਗਲਤ ਹੈ, ਆਪਾਂ ਸ਼ੁੱਧ ਫਤਿਹ ਬੁਲਾਉਣੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹਦੇ ਵਿੱਚ ਅਸੀਂ ਆਪਣੇ ਆਪ ਕੋਈ ਚੇਂਜਿਸ ਨਹੀਂ ਕਰ ਸਕਦੇ, ਦਾ ਆਪਣੇ ਆਪ ਨਹੀਂ ਪਾ ਸਕਦੇ, ਵਾਹਿਗੁਰੂ ਜੀ ਦਾ ਖਾਲਸਾ ਨਹੀਂ। ਜੋ ਗੁਰੂ ਮਹਾਰਾਜ ਨੇ ਸਾਨੂੰ ਫਤਿਹ ਬਖਸ਼ੀ ਹੈ ਆਪਾਂ ਉਹੀ ਫਤਿਹ ਬੁਲਾਉਣੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਆਪਸ ਵਿੱਚ ਮਿਲਦੇ ਹਾਂ ਤਾਂ ਫਤਿਹ ਬੁਲਾਉਣੀ ਚਾਹੀਦੀ ਹੈ। ਇਸ ਦਾ ਭਾਵ ਹੈ ਕਿ ਖਾਲਸਾ ਸ਼੍ਰੇਸ਼ਠ ਮਨੁੱਖ ਵਾਹਿਗੁਰੂ ਜੀ ਦਾ ਹੈ ਅਤੇ ਫਤਿਹ ਹਮੇਸ਼ਾ ਵਾਹਿਗੁਰੂ ਜੀ ਦੀ ਹੈ। ਫਤਿਹ ਬੁਲਾਉਣ ਸਮੇਂ ਸ਼੍ਰੀ ਨਾਲ ਨਹੀਂ ਬੁਲਾਉਣਾ। ਸਿੱਖ ਵਾਸਤੇ ਫਤਿਹ ਬੁਲਾਉਣੀ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਹੈ। ਇਹ ਕੁਐਸਚਨ ਆ ਸਕਦਾ ਲਾਈਕ ਕਿ ਫਤਿਹ ਬੁਲਾਉਣੀ ਬਹੁਤ ਜ਼ਰੂਰੀ ਹੈ ਜਾਂ ਕਿਸੇ ਗੁਰੂ ਮਹਾਰਾਜ ਦਾ ਹੁਕਮ ਹੈ ਫਤਿਹ ਬੁਲਾਉਣਾ ਜਾਂ ਨਹੀਂ, ਜਾਂ ਕਦੀ ਕਦੀ ਫਤਿਹ ਬੁਲਾ ਸਕਦੇ ਹਾਂ ਜਾਂ ਡੇਲੀ ਬੁਲਾਉਣੀ ਹੈ। ਇੱਦਾਂ ਨਾ ਕੁਐਸਚਨ ਮੋਲਡ ਕਰਕੇ ਤੁਹਾਨੂੰ ਆ ਸਕਦਾ। ਇਹ ਮੈਂ ਜੋ ਵੀ ਤੁਹਾਨੂੰ ਵਿੱਚੋਂ ਕੁਐਸਚਨਸ ਦੱਸ ਰਹੀ ਹਾਂ ਨਾ, ਜਸਟ ਆਪਣੇ ਕੋਲ ਥੋੜ੍ਹਾ ਆਈਡੀਆ ਲਗਾ ਕੇ ਦੱਸ ਰਹੀ ਹਾਂ। ਜਿਹੜਾ ਪੇਪਰ ਸੈੱਟ ਕਰਨਾ ਉਹ ਜਿਹੜੇ ਚੜ੍ਹਦੀ ਕਲਾ ਟਰਸਟ ਦੇ ਮੇਨ ਹੈੱਡ ਹੈ ਉਹਨਾਂ ਨੇ ਪੇਪਰ ਸੈੱਟ ਕਰਨਾ ਅਤੇ ਸਾਨੂੰ ਜਸਟ ਤੁਹਾਨੂੰ ਟੀਚ ਕਰਨ ਲਈ ਇੱਥੇ ਬੁਲਾਇਆ ਗਿਆ ਅਤੇ ਆਪਾਂ ਸਿਰਫ ਤੁਹਾਨੂੰ ਆਈਡੀਆ ਦੇ ਸਕਦੇ ਹਾਂ ਕਿ ਹਾਂਜੀ MCQs ਇਸ ਟਾਈਪ ਦੇ ਆ ਸਕਦੇ ਆ, ਕਿਉਂਕਿ ਇਹਨਾਂ ਦੇ ਕਾਫੀ ਪਹਿਲੇ ਕੰਪੀਟੀਸ਼ਨਸ ਹੋਏ ਚੰਗੇਰੀ ਮਾਂ ਦੇ ਵੀ, ਅਤੇ ਉਹਦੇ 'ਚ ਵੀ MCQs ਜਿਹੜੇ ਘੁਮਾ ਕੇ ਆਉਂਦੇ ਆ, ਉੱਥੋਂ ਦੀ ਮੈਂ ਥੋੜ੍ਹਾ ਆਈਡੀਆ ਦੇ ਰਹੀ ਹਾਂ ਕਿ ਹਾਂਜੀ ਐਵੇਂ ਵੀ ਹੋ ਸਕਦਾ। ਕਈਆਂ ਨੂੰ ਜਿਨ੍ਹਾਂ ਨੂੰ ਨੌਲੇਜ ਨਹੀਂ ਹੋਏਗੀ ਨਾ, ਜਿਨ੍ਹਾਂ ਨੂੰ ਫਤਿਹ ਦਾ ਪਤਾ ਹੀ ਨਹੀਂ ਹੋਏਗਾ ਜਾਂ ਫਤਿਹ ਨਹੀਂ ਬੁਲਾਉਂਦੇ ਹੋਣਗੇ, ਅਗਰ ਕੁਐਸਚਨ ਆਏਗਾ ਲਾਈਕ ਮੈਂ ਕੁਐਸਚਨ ਪੁੱਟ ਕਰਦੀ ਹਾਂ ਕਿ ਫਤਿਹ ਬੁਲਾਉਣਾ ਲਾਜ਼ਮੀ ਹੈ, ਲਾਜ਼ਮੀ ਦਾ ਮਤਲਬ ਕੰਪਲਸਰੀ। ਆਪਸ਼ਨਸ ਹੈ ਤੁਹਾਡੇ ਕੋਲ ਹਾਂਜੀ, ਸੈਕਿੰਡ ਹੋਏਗਾ ਨਹੀਂ ਜੀ, ਜਾਂ ਥਰਡ ਹੋਏਗਾ ਕਦੀ ਕਦੀ ਬੁਲਾ ਸਕਦੇ ਹਾਂ। ਤਾਂ ਕਈਆਂ ਦੇ ਆਪਸ਼ਨਸ ਆਉਣਗੇ ਨਹੀਂ ਜੀ, ਕਈਆਂ ਦੇ ਆਪਸ਼ਨਸ ਟਿਕ ਹੋਣਗੇ ਕਿ ਹਾਂਜੀ ਕਦੀ ਕਦੀ ਬੁਲਾ ਸਕਦੇ ਹਾਂ, ਬਟ ਨਹੀਂ, ਫਤਿਹ ਬੁਲਾਉਣਾ ਇੱਕ ਸਿੱਖ ਵਾਸਤੇ ਕੰਪਲਸਰੀ ਹੈ। ਸਿੱਖ ਦੇ ਗੁਰੂ ਨੇ, ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖ ਵਾਸਤੇ ਫਤਿਹ ਬੁਲਾਉਣੀ ਆਪਣਾ ਹੁਕਮ ਦਿੱਤਾ ਕਿ ਤੁਸੀਂ ਫਤਿਹ ਬੁਲਾਉਣੀ ਹੈ ਜਦੋਂ ਤੁਸੀਂ ਕਿਸੇ ਨੂੰ ਵੀ ਮਿਲਣਾ। ਇਸ ਲਈ ਸਾਨੂੰ ਆਪਸ ਵਿੱਚ ਮਿਲਦੇ ਸਮੇਂ ਫਤਿਹ ਹੀ ਬੁਲਾਉਣੀ ਚਾਹੀਦੀ ਹੈ। ਫਤਿਹ ਦਾ ਮਤਲਬ ਕੀ ਹੈ? ਵਾਹਿਗੁਰੂ ਜੀ ਕਾ ਖਾਲਸਾ, ਕਿ ਮਤਲਬ ਜਿਹੜੇ
ਵਾਹਿਗੁਰੂ ਜੀ ਕਾ ਖਾਲਸਾ, ਕਿ ਜਿਹੜਾ ਖਾਲਸਾ ਹੈ, ਖਾਲਸਾ ਫੌਜ ਹੈ, ਜਿਹੜੇ ਆਪਾਂ ਇੰਪੋਰਟੈਂਟ ਮਨੁੱਖ ਹਾਂ, ਸਾਨੂੰ ਇੱਕ ਅਲੱਗ ਕੌਮ ਬਣਾਇਆ ਗੁਰੂ ਮਹਾਰਾਜ ਨੇ ਅੰਮ੍ਰਿਤ ਛਕਾ ਕੇ, ਉਹ ਜਿਹੜਾ ਖਾਲਸਾ ਹੈ ਉਹ ਵਾਹਿਗੁਰੂ ਦਾ ਹੈ, ਪਰਮਾਤਮਾ ਦਾ ਹੈ, ਅਤੇ ਜਿਹੜੀ ਫਤਿਹ ਹੈ ਉਹ ਵੀ ਪਰਮਾਤਮਾ ਦੀ ਹੈ। ਅਤੇ ਇਹਦੇ ਵਿੱਚ 2 ਟਾਈਮਸ ਵਾਹਿਗੁਰੂ ਆਉਂਦਾ, ਮਤਲਬ ਅਗਰ ਆਪਾਂ ਕਿਸੇ ਨੂੰ ਫਤਿਹ ਬੁਲਾ ਰਹੇ ਹਾਂ ਤਾਂ ਆਪਾਂ 2 ਵਾਰ ਵਾਹਿਗੁਰੂ ਸ਼ਬਦ ਬੋਲ ਰਹੇ ਹਾਂ, ਤਾਂ 4 ਵਾਰ ਹੋ ਜਾਏਗਾ। ਅਗਰ ਮੈਂ ਬੋਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਤੁਸੀਂ ਵੀ ਅੱਗੇ ਮੈਨੂੰ ਬੋਲੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਤਾਂ ਮਤਲਬ 4 ਵਾਰ ਅਸੀਂ ਆਪਣੇ ਕੰਨਾਂ ਨਾਲ ਵਾਹਿਗੁਰੂ ਵਰਡ ਸੁਣ ਲਾਂਗੇ। ਇਸ ਦਾ ਦੇਖੋ ਕਿੰਨਾ ਫਾਇਦਾ ਹੈ। ਤਾਂ 4 ਵਾਰ ਅਗਰ ਆਪਾਂ ਵਾਹਿਗੁਰੂ ਜੀ ਦਾ ਵਰਡ ਸੁਣ ਲਿਆ ਤਾਂ ਪਰਮਾਤਮਾ ਸਾਨੂੰ ਬੋਲਦੇ ਆ, ਵਾਹਿਗੁਰੂ ਜੀ ਬੋਲਦੇ ਆ ਕਿ ਇੱਕ ਤਿਲ ਨਹੀਂ ਭੰਨੇ ਘੱਲ ਹੈ, ਮਤਲਬ ਕਿ ਸਾਡੇ 1 ਮਿੰਟ 1 ਸੈਕਿੰਡ ਦੇ ਵੀ ਇੱਕ ਤਿਲ ਜਿੰਨੀ ਭਗਤੀ ਕੀਤੀ ਹੋਈ ਵੀ ਨਾ ਗਵਾਚੇਗੀ ਨਹੀਂ, ਕਿਤੇ ਜਾਏਗੀ ਨਹੀਂ, ਸਾਨੂੰ ਉਹ ਵੀ ਕੁਛ ਦੇ ਕੇ ਜਾਏਗੀ। ਮਤਲਬ ਅਗਰ ਆਪਾਂ ਵਾਹਿਗੁਰੂ ਵਰਡ ਵੀ ਬੋਲ ਰਹੇ ਹਾਂ ਨਾ, ਗੁਰੂ ਮਹਾਰਾਜ ਉਹਦੇ ਬਦਲੇ ਵੀ ਸਾਨੂੰ ਬਖਸ਼ਿਸ਼ ਕਰਨਗੇ, ਸਾਨੂੰ ਮਿਹਰ ਕਰਨਗੇ। ਠੀਕ ਹੈ ਜੀ, ਇਸ ਕਰਕੇ ਸਭ ਲਈ ਫਤਿਹ ਬੁਲਾਉਣੀ ਕੰਪਲਸਰੀ ਹੈ, ਇੰਪੋਰਟੈਂਟ ਹੈ। ਕੋਸ਼ਿਸ਼ ਕਰੀਏ ਇਸ ਵਾਰ ਤੋਂ ਆਪਾਂ ਇੱਕ ਉਪਰਾਲਾ ਕਰੀਏ, ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦਾ ਸ਼ਹੀਦੀ ਪੁਰਬ ਆ ਰਿਹਾ, ਇਸ ਨੂੰ ਸਮਰਪਿਤ ਜਾਂ ਵੈਸੇ ਵੀ ਆਪਣਾ ਥੋੜ੍ਹਾ ਆਪਾਂ ਮੈਂਟੈਲਿਟੀ ਚੇਂਜ ਕਰੀਏ, ਸਤਿ ਸ਼੍ਰੀ ਅਕਾਲ ਬੋਲਣ ਦੀ ਜਗ੍ਹਾ 'ਤੇ ਅਸੀਂ ਫਤਿਹ ਬੁਲਾਈਏ। ਕਈ ਤਾਂ ਸਤਿ ਸ਼੍ਰੀ ਅਕਾਲ ਵੀ ਅੱਛੀ ਤਰ੍ਹਾਂ ਨਹੀਂ ਬੋਲਦੇ ਆ ਸਤਿ ਸ਼੍ਰੀ ਅਕਾਲ ਜੀ ਜਾਂ ਸਤਿ ਸ਼੍ਰੀ ਅਕਾਲ, ਇੱਦਾਂ ਨਹੀਂ। ਪਹਿਲੇ ਜਿਹੜੀ ਸਤਿ ਸ਼੍ਰੀ ਅਕਾਲ ਹੈ ਉਹ ਹੈ ਸਤਿ ਸ਼੍ਰੀ ਅਕਾਲ, ਜਿਹੜੀ ਆਪਾਂ ਬੁਲਾਉਂਦੇ ਹਾਂ ਸਤਿ ਸ਼੍ਰੀ ਅਕਾਲ। ਇਹ ਵੀ ਵਰਡ ਠੀਕ ਹੈ, ਲੇਕਿਨ ਸਾਰੇ ਬੋਲਦੇ ਆ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਇਹ ਕੋਈ ਵਰਡ ਨਹੀਂ ਬਣਦਾ ਸਤਿ ਸ਼੍ਰੀ ਅਕਾਲ। ਆਪਾਂ ਇਹਨਾਂ ਨੂੰ ਚੇਂਜ ਕਰੀ ਜਾ ਰਹੇ ਹਾਂ, ਸਤਿ ਸ਼੍ਰੀ ਅਕਾਲ ਇਹ ਵਰਡ ਹੈ, ਸਤਿ ਸ਼੍ਰੀ ਅਕਾਲ, ਕਿ ਜਿਹੜਾ ਅਕਾਲ ਪੁਰਖ ਹੈ ਉਹ ਸੱਚਾ ਹੈ। ਇਹ ਵੀ ਠੀਕ ਹੈ, ਲੇਕਿਨ ਕੋਸ਼ਿਸ਼ ਕਰੀਏ ਅਗਰ ਆਪਾਂ ਫਤਿਹ ਬੁਲਾ ਸਕੀਏ, ਆਪਾਂ ਝਿਜਕਣਾ ਨਹੀਂ ਹੈ, ਕੋਈ ਵੀ ਨਰਵਸਨੈਸ ਨਹੀਂ ਲੈ ਕੇ ਆਉਣੀ। ਅਗਰ ਆਪਾਂ ਖੁੱਲ੍ਹ ਕੇ ਹੱਸ ਕੇ ਫਤਿਹ ਬੁਲਾਵਾਂਗੇ, ਗੁਰੂ ਮਹਾਰਾਜ ਕਹਿੰਦੇ ਆ ਆਗੇ ਆਵੇ ਸਿੰਘ ਜੋ ਪਾਵੈ ਵਾਹਿਗੁਰੂ ਕੀ ਫਤਿਹ ਬੁਲਾਵੇ, ਮਤਲਬ ਜਿਹੜਾ ਵੀ ਮੇਰਾ ਸਿੱਖ ਹੈ ਉਹ ਅੱਗੇ ਆ ਕੇ ਫਤਿਹ ਬੁਲਾਵੇ। ਇਸ ਕਰਕੇ ਸਾਨੂੰ ਫਤਿਹ ਬੁਲਾਉਣੀ ਚਾਹੀਦੀ ਹੈ। ਹੁਣ ਨੈਕਸਟ ਟੌਪਿਕ ਹੈ ਸਾਡਾ ਜੈਕਾਰਾ। ਜੈਕਾਰਾ ਹੁੰਦਾ ਹੈ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ, ਇਹ ਜੈਕਾਰਾ ਹੈ। ਸਤਿ ਸ਼੍ਰੀ ਅਕਾਲ ਜਿਹੜਾ ਵਰਡ ਹੈ ਇਹ ਜੈਕਾਰੇ ਦੀ ਇੱਕ ਲਾਈਨ ਹੈ, ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ। ਇਹ ਸਿੰਘਾਂ ਦਾ ਜੈਕਾਰਾ ਹੈ, ਅਕਾਲ ਅਰਦਾਸ ਵਿੱਚੋਂ ਇਹ ਦੀਵਾਨ ਵਿੱਚ ਬੁਲਾਇਆ ਜਾਂਦਾ ਹੈ। ਜੰਗਾਂ ਯੁੱਧਾਂ ਵਿੱਚ ਵੀ ਇਹ ਜੈਕਾਰਾ ਗਜਾਇਆ ਜਾਂਦਾ ਸੀ। ਇਸ ਦਾ ਭਾਵ ਹੈ ਜੋ ਕਾਲ ਤੋਂ ਰਹਿਤ ਸਦੀਵੀ ਹੋਂਦ ਵਾਲੇ ਸ਼੍ਰੋਮਣੀ ਪਰਮਾਤਮਾ ਨੂੰ ਜਪਦਾ ਹੈ ਉਹ ਪ੍ਰਸੰਨ ਹੋ ਜਾਂਦਾ ਹੈ। ਗੁਰੂ ਮਹਾਰਾਜ ਕਹਿ ਰਹੇ ਹੈ ਬੋਲੇ ਸੋ ਨਿਹਾਲ, ਜੋ ਬੋਲੇਗਾ ਉਹ ਨਿਹਾਲ ਹੋ ਜਾਏਗਾ, ਉਹ ਜੋ ਹੈ ਉਹ ਸਦੀਵੀ ਹੋਂਦ ਵਾਲੇ ਸ਼੍ਰੋਮਣੀ ਪਰਮਾਤਮਾ ਨੂੰ ਜਪਦਾ ਹੈ, ਉਹ ਖੁਸ਼ ਹੋ ਜਾਏਗਾ। ਨਿਹਾਲ ਮਤਲਬ ਖੁਸ਼ੀ, ਮਨ ਦੇ ਅੰਦਰੋਂ ਖੁਸ਼ੀ ਆਉਂਦੀ ਹੈ। ਸਤਿ ਸ਼੍ਰੀ ਅਕਾਲ ਬੋਲੇ ਸੋ ਨਿਹਾਲ, ਮਤਲਬ ਜੋ ਵੀ ਇਹ ਬੋਲੇਗਾ ਉਹ ਨਿਹਾਲ ਹੋ ਜਾਏਗਾ। ਕੀ ਬੋਲੇਗਾ? ਸਤਿ ਸ਼੍ਰੀ ਅਕਾਲ, ਕਿ ਜਿਹੜਾ ਮੇਰਾ ਅਕਾਲ ਪੁਰਖ ਹੈ ਉਹ ਸੱਚਾ ਹੈ। ਇਸ ਕਰਕੇ ਸਾਨੂੰ ਜੈਕਾਰਾ ਅਤੇ ਫਤਿਹ ਇਹ 2 ਚੀਜ਼ਾਂ ਬਿਲਕੁਲ ਕਰੈਕਟ ਨਾਮ ਨਾਲ ਪ੍ਰੋਨਾਊਂਸ ਕਰਨੀਆਂ ਚਾਹੀਦੀਆਂ। ਵਾਹਿਗੁਰੂ ਜੀ ਦਾ ਨਹੀਂ ਬੋਲਣਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੈਕਾਰਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ। ਹਾਂਜੀ, ਹੁਣ ਨੈਕਸਟ ਕਰਦੇ ਹਾਂ ਹਾਂਜੀ, ਹੁਣ ਲਾਸਟ 3 ਮਿੰਟਸ ਰਹਿ ਗਏ ਆ, ਆਪਾਂ 8th ਟੌਪਿਕ ਕਰ ਲੈਂਦੇ ਹਾਂ, ਉਸ ਤੋਂ ਬਾਅਦ ਬਾਕੀ ਗੱਲ ਕਰਾਂਗੇ। ਸਿੱਖ ਕੌਣ ਹੈ? ਜੋ ਇਸਤਰੀ ਜਾਂ ਪੁਰਸ਼ ਇੱਕ ਅਕਾਲ ਪੁਰਖ 10 ਗੁਰੂ ਸਾਹਿਬਾਨ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਗੁਰੂ ਗ੍ਰੰਥ ਸਾਹਿਬ ਜੀ ਅਤੇ 10 ਗੁਰੂ ਸਾਹਿਬਾਨ ਦੀ ਬਾਣੀ ਅਤੇ ਸਿੱਖਿਆ ਅਤੇ ਦਸ਼ਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ ਹੈ ਅਤੇ ਹੋਰ ਕਿਸੇ ਨੂੰ ਨਹੀਂ ਮੰਨਦਾ, ਉਹ ਸਿੱਖ ਹੈ। ਸਿੱਖ ਕੌਣ ਹੈ? ਅਸੀਂ ਸਭ ਨੂੰ ਕਹਿੰਦੇ ਹਾਂ ਹਾਂਜੀ ਆਪਾਂ ਸਾਰੇ ਸਿੱਖ ਹਾਂ ਜੀ। ਕਿਵੇਂ? ਕੋਈ ਵੀ ਇਸਤਰੀ ਜਾਂ ਪੁਰਸ਼, ਕੋਈ ਵੀ ਲੇਡੀਜ਼ ਜਾਂ ਕੋਈ ਵੀ ਜੈਂਟਸ ਜੋ ਇੱਕ ਅਕਾਲ ਪੁਰਖ ਨੂੰ ਮੰਨਦੇ ਆ। ਸਾਡੇ 10 ਗੁਰੂ ਸਾਹਿਬਾਨ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ 10 ਗੁਰੂ ਸਾਹਿਬਾਨ ਦੀ ਬਾਣੀ ਅਤੇ ਸਿੱਖਿਆ ਅਤੇ ਦਸ਼ਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ ਹੈ। ਜੋ ਅੰਮ੍ਰਿਤਧਾਰੀ ਹੋਵੇ, ਜੋ ਪਰਮਾਤਮਾ ਦੇ ਅੰਮ੍ਰਿਤ ਨੂੰ ਮੰਨਦਾ ਹੋਵੇ ਅਤੇ ਕਿਸੇ ਹੋਰ ਧਰਮ ਨੂੰ ਨਾ ਮੰਨਦਾ ਹੋਵੇ, ਉਹ ਸਿੱਖ ਨਹੀਂ ਹੋ ਸਕਦਾ। ਜੋ ਈਸਾਈ ਵੀ ਹੈ, ਜੋ ਗੁਰੂ ਉੱਥੇ ਮੰਦਿਰ 'ਚ ਜਾ ਕੇ ਪੂਜਾ ਵੀ ਕਰ ਰਿਹਾ ਹੈ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਅੱਗੇ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਮੱਥਾ ਵੀ ਟੇਕ ਰਿਹਾ, ਉਹ ਸਿੱਖ ਨਹੀਂ ਹੈ। ਉਹ ਸਿੱਖ ਹੈ ਜਿਹੜਾ
ਅਕਾਲ ਪੁਰਖ ਨੂੰ ਮੰਨਦਾ ਹੋਵੇ, 10 ਗੁਰੂ ਸਾਹਿਬਾਨਾਂ ਨੂੰ ਮੰਨਦਾ ਹੋਵੇ, ਉਹਨਾਂ ਦੀ ਬਾਣੀ ਨੂੰ ਮੰਨਦਾ ਹੋਵੇ ਅਤੇ ਉਹਨਾਂ ਦੇ ਨਿਸ਼ਚਾ ਰੱਖਦਾ ਹੋਵੇ। ਉਹ ਸਿੱਖ ਨਹੀਂ ਹੈ ਜਿਹੜਾ ਹਰ ਜਗ੍ਹਾ 'ਤੇ ਕੋਈ ਪੰਡਤਾਂ ਕੋਲ ਜਾਵੇ, ਕੋਈ ਕਿਤੇ ਹੋਰ ਪੀਰਾਂ ਨੂੰ ਪੂਜਦਾ ਹੋਵੇ, ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਮੰਨਦਾ ਹੋਵੇ ਅਤੇ ਪੀਰਾਂ ਨੂੰ ਵੀ ਪੂਜਦਾ ਹੋਵੇ। ਨਹੀਂ, ਸਿਰਫ ਇੱਕ ਅਕਾਲ ਪੁਰਖ ਨੂੰ ਮੰਨਣਾ। ਇੱਕ ਸਿੱਖ ਉਹੀ ਹੈ ਜਿਹੜਾ ਇੱਕ ਅਕਾਲ ਪੁਰਖ ਨੂੰ ਮੰਨਦਾ, ਕਿਸੇ ਹੋਰ ਨੂੰ ਨਹੀਂ ਮੰਨਦਾ, ਉਹੀ ਸਿੱਖ ਹੈ। 8 ਟੋਪਿਕਸ ਹੋ ਗਏ। 8th ਵਾਲੇ ਟੋਪਿਕ ਨੂੰ ਆਪਾਂ ਕੱਲ੍ਹ ਹੋਰ ਥੋੜ੍ਹਾ ਇਲੈਬੋਰੇਟ ਕਰਾਂਗੇ। ਹਾਂਜੀ, ਹੋਰ ਕਿਸੇ ਨੂੰ ਕੋਈ ਡਾਊਟਸ ਹੈ ਤਾਂ ਪੁੱਛੋ।